ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨ ਪਰਿਆਰੇ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਚੌਥਾ। ਦਿਨਸ ਚੜ੍ਹੇ ਦਿਨਸ ਚੜ੍ਹੈ ਫਿਰ ਆਥ ਵੈ, ਰੈਣ ਸਬਾਈ ਜਾਏ। ਆਵ ਘਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਟੁਕਾਏ। ਗੁੜ ਮਿੱਠਾ ਮਾਇਆ ਪਸਰਿਆ, ਮਨ ਮੁਖ ਲਗ ਮਾਖੀ ਪਚੈ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤ ਮੋਹ ਬਿਖ ਹੈ। ਅੰਤ ਬੇਲੀ ਕੋਇ ਨਾ ਹੋਏ, ਰਹਾਉ ਗੁਰ ਮਤ ਹਰ ਲਿਵ ਉਬਰੇ। ਅਲਿਪਤ ਰਹਿ ਸ਼ਰਣਾਏ, ਊਨੀ ਚੱਲਣ ਸਦਾ ਨਿਹਾਲਿਆ। ਹਰ ਖਰਚ ਲਿਆ ਪਤ ਪਾਏ, ਗੁਰਮੁਖ ਦਰਗਾਹ ਮੰਨੀਐ। ਹਰ ਆਪ ਲਏ ਗਲ ਲਾਏ, ਗੁਰਮੁਖਾਂ ਨੂੰ ਪੰਥ ਪ੍ਰਗਟਾ। ਦਰ ਠਾਕ ਨਾ ਕੋਈ ਪਾਏ, ਹਰ ਨਾਮ ਸਲਾਹਨ ਨਾਮ ਮਨ। ਨਾਮ ਰਹਿਣ ਲਿਵ ਲਾਏ, ਅਨਹਦ ਧੁਨੀ ਦਰ ਵੱਜਦੇ। ਦਰ ਸੱਚੈ ਸ਼ੋਭਾ ਪਾਏ, ਜਿਨੀ ਗੁਰਮੁਖ ਨਾਮ ਸਲਾਹਿਆ। ਤਿਨਾ ਸਭ ਕੋ ਕਹੈ ਸ਼ਾਬਾਸ਼, ਤਿਨ ਕੀ ਸੰਗਤ ਦੇਹ ਪ੍ਰਭ। ਮੈਂ ਜਾਚਕ ਕੀ ਅਰਦਾਸ, ਨਾਨਕ ਭਾਗ ਵੱਡੇ ਤਿਨਾ ਗੁਰਮੁਖਾਂ। ਜਿਨ ਅੰਤਰ ਨਾਮ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਅੱਜ ਦਾ ਜਿਹੜਾ ਪਾਵਨ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ,
इस श्री राग ਦੇ ਵਿੱਚੋਂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਸ਼ਬਦ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 42 ਦੇ ਉੱਪਰ ਸੁਭਾਏਮਾਨ ਆ, 41 ਤੋਂ ਲੈ ਕੇ 42 ਤੱਕ। ਸ਼ਬਦ ਦੇ ਕੁੱਲ 4 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ। ਇੱਥੇ ਤੱਕ ਜਿਹੜੇ ਸ਼ਬਦ ਆਪਾਂ ਸਰਵਣ ਕੀਤੇ ਨੇ, 33 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਸ਼੍ਰੀ ਰਾਗ ਦੇ ਵਿੱਚ ਆਏ ਨੇ। ਉਸ ਤੋਂ ਬਾਅਦ 31 ਸ਼ਬਦ ਜਿਹੜੇ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਆਏ ਨੇ, ਤੇ 6 ਸ਼ਬਦ ਜਿਹੜੇ ਨੇ ਹੁਣ ਤੱਕ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਆਪਾਂ ਵਿਚਾਰ ਚੁੱਕੇ ਹਾਂ। ਕੁੱਲ ਮਿਲਾ ਕੇ ਇਹਨਾਂ ਸਾਰਿਆਂ ਸ਼ਬਦਾਂ ਦੀ ਗਿਣਤੀ 70 ਹੈ। ਜਿਹੜਾ ਅੱਜ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਇਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼੍ਰੀ ਰਾਗ ਦੇ ਵਿੱਚ ਆਖਰੀ ਸ਼ਬਦ ਆ, 6ਵਾਂ ਨੰਬਰ ਸ਼ਬਦ ਆ। ਇਸ ਤੋਂ ਅੱਗੇ ਸ਼ਬਦ ਜਿਹੜੇ ਚੱਲਣੇ ਨੇ ਉਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚੱਲਣੇ ਨੇ। ਅੱਜ ਦੇ ਪਾਵਨ ਸ਼ਬਦ ਦੇ ਰਾਹੀਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਮਨੁੱਖ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਦੇਖ ਮਨੁੱਖ, ਤੇਰਾ ਜੀਵਨ ਜਿਹੜਾ ਹੈ ਨਾ, ਉਹ ਨਿਤ ਦਿਨ ਰਾਤ ਕਰਕੇ ਨਿਕਲਦਾ ਪਿਆ ਹੈ। ਜੇ ਤੂੰ ਮਾਇਕ ਪਦਾਰਥਾਂ ਦੀ ਦੌੜ ਦੇ ਵਿੱਚ ਲੱਗਾ ਹੈ ਤੇ ਸੱਚ ਪ੍ਰਮਾਤਮਾ ਦੇ ਸਿਧਾਂਤਕ ਜੀਵਨ ਨੂੰ ਨਹੀਂ ਜਿਉ ਰਿਹਾ, ਤੇ ਸੱਚ ਜਾਣੀ ਤੂੰ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ। ਅੱਜ ਬਹੁਤਾਤ ਸਾਡਾ ਜੀਵਨ ਐਸਾ ਹੀ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਦੀ ਪਰਿਭਾਸ਼ਾ ਤਿਆਰ ਕੀਤੀ ਸੀ ਨਾ, ਸਿੱਖ ਦਾ ਅਰਥ ਹੈ ਵਿਦਿਆਰਥੀ ਜੋ ਰੋਜ਼ਾਨਾ ਸਿੱਖਦਾ ਹੈ, ਜਿਹਦੇ ਜੀਵਨ ਵਿੱਚ ਰੋਜ਼ਾਨਾ ਗੁਰੂ ਦੀ ਸਿੱਖਿਆ ਵਸਣੀ ਚਾਹੀਦੀ ਹੈ। ਆ ਜਿਹੜੇ ਅੱਜ ਰੌਲੇ ਤੇ ਪਵਾੜੇ ਪਏ ਹੋਏ ਆ ਨਾ, ਇਹ ਇਸ ਕਰਕੇ ਪਏ ਨੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਗੁਰਮਤ ਜਿਹੜੀ ਹੈ ਉਹ ਬਿਲਕੁਲ ਐਨ ਸਾਹਮਣੇ ਨਿੱਤਰ ਕੇ ਸਾਹਮਣੇ ਆ ਗਈ ਹੈ। ਤੇ ਜਿਹੜੇ ਉਸ ਸਮੇਂ ਦੇ ਪਖੰਡੀਆਂ ਨੇ ਜੋ ਅੱਜ ਤੱਕ ਲੁਕਾਇਆ ਹੋਇਆ ਸੀ, ਕਿਉਂਕਿ ਅੱਜ ਤੱਕ ਗੁਰਬਾਣੀ ਗੁਰਮਤ ਦਾ ਪ੍ਰਚਾਰ ਘੱਟ ਕੀਤਾ ਗਿਆ ਸੀ, ਝੂਠੀਆਂ ਸਾਖੀਆਂ ਕਹਾਣੀਆਂ ਨੂੰ ਆਧਾਰ ਬਣਾ ਕੇ ਪ੍ਰਚਾਰ ਜ਼ਿਆਦਾ ਕੀਤਾ ਗਿਆ ਸੀ। ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਕੋਈ ਸਾਖੀ ਕੋਈ ਸ਼ਬਦ ਆਇਆ, ਉਹਦੇ ਉੱਪਰ ਵੀ ਇਹਨਾਂ ਨੇ ਆਪਣੀ ਮਨ ਘੜ ਦੀ ਸਾਖੀ ਘੜ ਲਈ, ਜਿਵੇਂ ਬਾਬਾ ਕਬੀਰ ਜੀ, ਭਗਤ ਨਾਮਦੇਵ ਜੀ, ਜਿਵੇਂ ਬਾਬਾ ਫਰੀਦ ਜੀ ਆਦਿ। ਇਹਨਾਂ ਦੀਆਂ ਸ਼ਬਦ ਜਿਹੜੇ ਡੂੰਘੇ ਸਨ, ਜਿਹੜੇ ਭਾਵ ਅਰਥਾਂ ਦੇ ਵਿੱਚ ਸਨ, ਉਹਨਾਂ ਨੂੰ ਖੋਲ ਕੇ ਸਮਝਾਉਣ ਦੀ ਬਜਾਏ ਉਹਦੇ ਉੱਪਰ ਅਨਮਤੀ ਤੇ ਮਨਮਤੀ ਸਾਖੀਆਂ ਲਾ ਕੇ ਬਹਿ ਗਏ ਕਿ ਗੱਲ ਕੀ ਸਾਖੀਆਂ ਦੇ ਨਾਲ ਲੋਕਾਂ ਨੂੰ ਸਮਝਾ ਦਿਓ। ਹੁਣ ਅੱਜ ਕੀ ਹੋ ਰਿਹਾ ਹੈ? ਅੱਜ ਪ੍ਰਚਾਰਕ ਸਮਝਦਾ ਹੈ, ਸੰਗਤ ਸਮਝਦਾਰ ਹੋ ਗਈ ਹੈ, ਗੁਰਮਤ ਦੀ ਗੱਲ ਸਮਝ ਆਉਣ ਲੱਗ ਪਈ ਹੈ। ਜਿਹੜਾ ਪਹਿਲਾਂ ਪ੍ਰਚਾਰਕਾਂ ਤੱਕ ਹੀ ਪ੍ਰਚਾਰ ਸੀਮਤ ਸੀ ਨਾ, ਹੁਣ ਇਹ ਗੱਲ ਹੋਈ ਹੈ ਕਿ ਹੁਣ ਕਿਰਤ ਵਿਰਤ ਕਰਨ ਵਾਲੇ ਜਿਹੜੇ ਗੁਰੂ ਦੇ ਸਿੱਖ ਨੇ, ਜਦੋਂ ਇਹ ਗੱਲ ਸਮਝ ਆਈ ਕਿ ਹਰ ਇੱਕ ਸਿੱਖ ਬਾਣੀ ਪੜ੍ਹ ਸਕਦਾ ਹੈ, ਹਰ ਇੱਕ ਸਿੱਖ ਬਾਣੀ ਵਿਚਾਰ ਸਕਦਾ ਹੈ, ਹਰ ਇੱਕ ਸਿੱਖ ਨੂੰ ਹੱਕ ਆ ਗੁਰਮਤ ਨੂੰ ਜਾਣਨ ਦਾ, ਸਮਝਣ ਦਾ, ਹੁਣ ਉਹਦੀ ਗੱਲ ਪਤਾ ਕੀ ਬਣੀ? ਹੁਣ ਸਾਰੇ ਜਾਣਿਆਂ ਨੂੰ ਸਮਝ ਆਉਣ ਲੱਗ ਪਈ ਹੈ। ਹੁਣ ਜਦੋਂ ਗੁਰਮਤ ਦੀ ਕਸਵੱਟੀ ਸਮਝ ਆਉਣ ਲੱਗੀ ਹੈ, ਤੇ ਜਿਹੜੇ ਮੇਰੇ ਵਰਗੇ ਪ੍ਰਚਾਰਕਾਂ ਨੇ ਝੂਠ ਦਾ ਗਲੇਫਾ ਓੜਿਆ ਹੋਇਆ ਸੀ, ਜਿਨ੍ਹਾਂ ਨੇ ਲੋਕਾਂ ਨੂੰ ਅਨਮਤੀ ਤੇ ਮਨਮਤੀ ਸਾਖੀਆਂ ਸੁਣਾ ਕੇ ਇਹ ਕਹਿ ਕੇ ਰੋਕਿਆ ਹੋਇਆ ਸੀ, ਭਾਈ ਤੁਸੀਂ ਨਹੀਂ ਬਾਣੀ ਪੜ੍ਹਨੀ, ਅਸੀਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ। ਹੁਣ ਜਦੋਂ ਸੰਗਤ ਖੁਦ ਵਿਚਾਰਦੀ ਹੈ, ਖੁਦ ਪੜ੍ਹਦੀ ਹੈ, ਖੁਦ ਆਪਾਂ ਸਮਝਦੇ ਹਾਂ, ਹੁਣ ਉਹ ਜਿਹੜੀ ਪੱਟੀ ਪਈ ਸੀ ਨਾ, ਜਿਹੜੀ ਕਰਮ ਕਾਂਡਾਂ ਦੀ ਅੱਖਾਂ ਦੇ ਉੱਪਰ ਜਾਂ ਮਿਥਿਹਾਸਕ ਸਾਖੀਆਂ ਦੀ, ਉਹ ਗੁਰੂ ਸ਼ਬਦ ਜੀ ਨੇ ਚੱਕ ਕੇ ਪਰੇ ਸੁੱਟ ਦਿੱਤੀ ਹੈ। ਹੁਣ ਉਹ ਸੱਚ ਸਮਝ ਆਉਣ ਲੱਗ ਪਿਆ ਹੈ, ਸੱਚ ਬਿਲਕੁਲ ਨਿੱਤਰ ਕੇ ਸਾਹਮਣੇ ਆ ਗਿਆ ਹੈ। ਕਿਉਂਕਿ ਮੈਂ ਅਕਸਰ ਬੇਨਤੀ ਕਰਦਾ, ਝੂਠ ਪਤਾ ਕੀ ਹੈ? ਝੂਠ ਨੂੰ ਤੁਸੀਂ ਕਿੰਨਾ ਵੀ ਲੁਕਾਓ, ਝੂਠ ਰਹਿਣਾ ਹੈ। ਸੱਚ ਇੱਕ ਐਸਾ ਸਮੁੰਦਰ ਹੈ ਜਿਹਦੇ ਵਿੱਚ ਝੂਠ ਨਹੀਂ ਟਿਕਦਾ। ਬੜੀ ਇਮਾਨਦਾਰੀ ਨਾਲ ਗੁਰਮਤ ਦੀ ਗੱਲ ਸੰਗਤਾਂ ਤੱਕ ਪਹੁੰਚਾਉਣ ਵਾਲੇ ਜਿਹੜੇ ਪ੍ਰਚਾਰਕ ਨੇ, ਉਹ ਆਪਣੀ ਡਿਊਟੀ ਬੜੀ ਬਾਖੂਬੀ ਤਰੀਕੇ ਨਾਲ ਨਿਭਾ ਰਹੇ ਨੇ ਤੇ ਮੁਬਾਰਕ ਨੇ। ਉਹਨਾਂ ਦਾ ਸਨਮਾਨ ਆ ਕਿ ਉਹ ਸੱਚ ਦੀ ਗੱਲ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮਸਲਾ ਇਹ ਹੈ ਕਿ ਜਦ ਤੱਕ ਅਸੀਂ ਖੁਦ ਨਹੀਂ ਨਾ ਵਿਚਾਰਦੇ, ਖੁਦ ਨਹੀਂ ਪੜ੍ਹਦੇ,
देखो असी प्रचारकों ते डिपेंड हो गए सां पहलां कि फलाने कथावाचक ने गल कहती बस डेट्स इट। नहीं, उस तो अगे तुरना है, आप विचारना है, आप समझना है। साडे कोल सब कुछ मौजूद है, सब कुछ पिया है। जिदन असी अपना थोड़ा जिहा मत्था, थोड़ी जी मत जिदन असी आप गुरमत नूं समझण विच लावांगे, जिदन गुरबाणी दीयां रमज़ां समझ आउण लग पैणगीਆਂ, उस दिन कदी भी सानू कोई भरम जाल दे विच ना ठग सकदा है, ना सानू फसा सकदा है, क्योंकि गुरमत बिल्कुल साफ ते बिल्कुल स्पष्ट आ, इहदे विच कोई लुका नहीं है। ते आपां हुण तक यही कोशिश कीती है कि बिल्कुल धन सच्चे पातशाह गुरु ग्रंथ साहिब जी की जो कसवट्टी है उहदे उपर ही शब्दां की सांझ पाई जावे, क्योंकि गुरबाणी दे विच सच्चे पातशाह जी ने जिहड़ा इनकलाबी जीवन सिख का निर्धारित किया है, सिख का जीवन झूठ के पिछे तुरन वाला नहीं है, सिख का जीवन सच के पिछे लगन वाला है। सिख सच का पुजारी है, सच के पिछे तुरदा है। सिख इनकलाबी है, सिख दे जीवन दे विच निरभैता है, सिख भै नहीं दिखाउंदा किसी नूं। सिख दे अंदर जिहड़े सतगुरु गुरु नानक साहिब जी ने जिहड़े मौलिक सिद्धांत जिहड़े उजागर कीते ने वो यही ने कि भाई एक अकाल पुरख नूं सारियां दे विच वसदा हाज़र नाज़र नज़र तैनूं आउणा चाहीदा है। हुण ਇਹ ਗੱਲ मनुख दे सिख दे जहन दे विच बड़ी बाखूबी तरीके नाल घर कर जावे। सतगुरु गुरु नानक साहिब जी, धन गुरु अंगद देव जी, गुरु अमरदास साहिब जी, गुरु रामदास साहिब जी, गुरु अर्जन देव जी, धन साहिब गुरु तेग बहादुर साहिब जी, बाकी गुरु साहिबान, इवें ही 15 भगत ते सतगुरु जी के वरसोए गुरु साहिब जी के घर के भट्ट साहिबान, इन्हां सारियां ने गुरमत नूं निचोड़ के साडे सामने रख दिता है। इसे करके साहिब कहंदे थाल विच तिन वस्तु पईओ सत संतोख विचारो। हुण जिन्ने गुरबाणी नूं समझना है उन्हों ये गल समझ आनी चाहिए है कि ये जिहड़ा थाल रूपी गुरु ग्रंथ साहिब जी महाराज ने ना, इहदे विच 3 चीज़ां दी समझ जिहड़ी बड़ी आउणी जरूरी है। नंबर 1 ते सत, नंबर 2 ते संतोख, नंबर 3 ते विचार। सारी दी सारी गुरबाणी विचार दी धनी है, अंध विश्वास दी नहीं कि जो लिख दिता है वह मन लो ना। सब कहते विचार करो। गुरबाणी बार बार विचार करना सिखाउंदी है, पर अज दे दौर दे विच जिन्हां लोकां ने संप्रदावां दे नावां दे उत्ते पखंडवाद फैलाया होया सी, कर्मकांड फैलाया होया सी, जिहड़े मेरे वर्गे जिहड़े कुछ नहीं सी जानते, जिहड़े प्रचारक बने हुए सन, हुण उन्हां वास्ते आ औखी घड़ी आ पई है कि जिहड़े उन्हां ने लोकां दे अंदर ये डरावे पाए सन कि भाई तैं नहीं पढ़ सकदा बाणी, तूं नहीं पढ़ सकदा क्योंकि तूं ते कुरैती है, तूं ते फलाना है, तूं ते फलाना है, कह के जिहड़ा परे कीता होया सी, हुण आप सिख पढ़न लग पिया, आप विचारन लग पिया, उहदा मत्था उहदी मस्तक जिहड़ा है वो चलण लग पिया। हुण इत्थे आ गल खलोती है कि जिहड़े ते झूठ दे खलोते ने वो ये चाहुंदे नहीं कि भी साडीआं संप्रदावां दे उपर किसी तरीके की कोई गलबात आवे। इसे करके वो सच बोलण वाले प्रचारकां दी विरोधता दे विच खड़ जांदे ने। सो ये गल मैं इत्थे क्यों कह रहा, इस करके कह रहे हैं क्योंकि गुरमत का जिहड़ा ज्ञान आ ना, वो मनुख दे अंदर इनकलाबी भावना लैके आउंदा है। जदों गुरमत मनुख दे अंदर आउंदी है फिर मनुख जागदा है, तो जदों मनुख दे अंदर जागृति आउंदी आ ना, जदों मनुख दी सुरत जाग जाती है, मनुख जाग पैंदा है, फिर ये किसी भी कर्मकांड ते पखंड का आधार जां पखंड का जिहड़ा है वो पार्टिसिपेट नहीं करता उस पखंड विच, क्योंकि उन्हां पखंडां ते कर्मकांडां चों बाहर निकल जाता है। सतगुरु जी ने यही गल अज दे शब्द विच भी समझाई। सब कहंदे मैं चाहुंदा तेरा जीवन गुरमत दे लेखे लगे, तेरा जीवन गुरु शब्द दे लेखे लगे। ते सतगुरु जी अज दे पावन शब्द दे विच जिहड़ियां रहाओ दीयां पंक्तियां ने, धन साहिब गुरु रामदास साहिब जी ने जो बख्शिश रूप दे विच झोली च पाईयां ने, आओ उन्हां दे नाल जुड़दे हां। सतगुरु साहिबान किरपा कर रहे ने, भाई रे मैं मीत सखा प्रभ सोए। भाई रे दा अर्थ कल भी बेनती कीती सी, संबोधन आ हे मेरे वीर, हे मेरे भरा, मेरा जिहड़ा मित्र आ ना, मीत दा अर्थ आ मित्र,
ਤੱਤੇ ਨੂੰ ਔਂਕੜ ਲੱਗਾ ਹੈ, ਇੱਕ ਵਚਨ ਦਾ ਸੂਚਕ ਆ। ਮੇਰਾ ਜਿਹੜਾ ਮਿੱਤਰ ਆ, ਸਖਾ, ਦੋਸਤ, ਮਿੱਤਰ ਤੇ ਸਖਾ ਦੋਵੇਂ ਇੱਕ ਹੀ ਸ਼ਬਦ ਨੇ। ਸਖਾ ਹਿੰਦੀ ਭਾਸ਼ਾ 'ਚ ਕਿਹਾ ਜਾਂਦਾ ਹੈ, ਸਖਾ ਦਾ ਅਰਥ ਆ ਦੋਸਤ, ਮਿੱਤਰ। ਮੈਂ ਮੀਤ ਸਖਾ, ਮੇਰਾ ਮਿੱਤਰ ਤੇ ਸਖਾ ਕੌਣ ਆ? ਪ੍ਰਭ ਸੋਏ, ਕੇਵਲ ਪਰਮਾਤਮਾ ਹੈ। ਦੇਖੋ ਕੈਸੇ ਬਚਨ ਨੇ। ਸਾਹਿਬ ਜੀ ਕਹਿੰਦੇ ਮੇਰਾ ਜਿਹੜਾ ਮਿੱਤਰ ਆ ਨਾ, ਜਿਹੜਾ ਮੇਰਾ ਸਾਥੀ ਆ, ਜਿਹੜਾ ਮੇਰਾ ਸਖਾ ਹੈ, ਉਹ ਕੇਵਲ ਪਰਮਾਤਮਾ ਹੈ। ਜਦੋਂ ਮਨੁੱਖ ਨੇ ਆਪਣਾ ਮਿੱਤਰ ਪਰਮਾਤਮਾ ਬਣਾ ਲਿਆ, ਆਪਣਾ ਸਾਥੀ ਪਰਮਾਤਮਾ ਬਣਾ ਲਿਆ, ਫਿਰ ਇਹਦੇ ਜੀਵਨ ਦੇ ਵਿੱਚੋਂ ਕਮਜ਼ੋਰੀਆਂ ਮਿਟ ਗਈਆਂ। ਮਨੁੱਖ ਕਦੋਂ ਝੂਠ ਬੋਲਦਾ ਹੈ, ਮਨੁੱਖ ਕਦੋਂ ਅਪਰਾਧ ਕਰਦਾ ਹੈ, ਮਨੁੱਖ ਕਦੋਂ ਪਾਪ ਕਮਾਉਂਦਾ ਹੈ? ਜਦੋਂ ਉਹਦੇ ਜੀਵਨ ਦੇ ਵਿੱਚ ਕਮਜ਼ੋਰੀਆਂ ਘਰ ਕਰਦੀਆਂ ਨੇ। ਕਿਤੇ ਪੁੱਤਰਾਂ ਦੀ ਕਮਜ਼ੋਰੀ, ਪਰਿਵਾਰ ਦੀ ਕਮਜ਼ੋਰੀ, ਕਿਤੇ ਮੌਤ ਦੇ ਡਰ ਦੀ ਕਮਜ਼ੋਰੀ, ਮੈਨੂੰ ਮਾਰ ਨਾ ਦੇਵੇ ਕੋਈ। ਕਿਤੇ ਕਮਜ਼ੋਰੀ ਇਹ ਹੈ ਕਿ ਕੋਈ ਮੇਰੀ ਬੇਪਤੀ ਨਾ ਕਰ ਦੇਵੇ। ਪਰ ਜਿਹੜਾ ਸੱਚ ਦੇ ਰਸਤੇ ਤੇ ਤੁਰਦਾ ਹੈ ਨਾ, ਉਹਦੇ ਜੀਵਨ ਦਾ ਆਧਾਰ ਇਹ ਬਣ ਜਾਂਦਾ ਹੈ ਕਿ ਮੇਰਾ ਮਿੱਤਰ, ਮੇਰਾ ਦੋਸਤ ਕੇਵਲ ਪਰਮਾਤਮਾ ਹੈ। ਕਿਉਂਕਿ ਪਰਮਾਤਮਾ ਹੀ ਸੱਚਾ ਹੈ, ਨਿਰੋਲ ਸੱਚ ਹੈ, ਨਿਰੋਲ ਟਿਕਣ ਵਾਲਾ ਹੈ, ਸਦੀਵੀ ਰਹਿਣ ਵਾਲਾ ਹੈ, ਜੋ ਸਦਾ ਸਥਿਰ ਆ। ਮੇਰਾ ਸਖਾ, ਮੇਰਾ ਮਿੱਤਰ ਕੇਵਲ ਤਾਂ ਕੇਵਲ ਪਰਮਾਤਮਾ ਹੈ। ਇਹ ਤੋਂ ਬਿਨਾਂ ਬਾਕੀ ਜੋ ਸਭ ਕੁਝ ਆ ਉਹ ਕੀ ਹੈ? ਪੁੱਤ ਕਲਤ ਮੋਹ ਬਿਕ ਹੈ। ਪੁੱਤ ਦਾ ਅਰਥ ਆ ਪੁੱਤਰ, ਕਲਤ ਦਾ ਅਰਥ ਆ ਔਰਤ, ਮੋਹ ਬਿਕ ਹੈ। ਕਹਿੰਦੇ ਇਹ ਮੋਹ ਦਾ ਜ਼ਹਿਰ ਹੈ। ਹੁਣ ਧਿਆਨ ਦੇਣਾ, ਇਹ ਨਹੀਂ ਕਿਤੇ ਵੀ ਕਿਹਾ ਗਿਆ ਗੁਰਬਾਣੀ ਦੇ ਵਿੱਚ ਵੀ ਤੂੰ ਪਰਿਵਾਰ ਦਾ ਵਧਾਵ ਨਾ ਕਰ। ਇਸਤਰੀ ਚਾਹੀਦੀ ਹੈ, ਬੱਚੇ ਚਾਹੀਦੇ ਨੇ, ਪਰ ਸਾਹਿਬ ਕਹਿੰਦੇ ਐਸਾ ਨਾ ਹੋਵੇ ਕਿ ਪੁੱਤਰ ਹੀ ਸਭ ਕੁਝ ਬਣ ਜਾਵੇ, ਧੀ ਹੀ ਸਭ ਕੁਝ ਬਣ ਜਾਵੇ, ਪਤਨੀ ਹੀ ਸਭ ਕੁਝ ਬਣ ਜਾਵੇ। ਕਮਜ਼ੋਰੀ ਨਾ ਬਣੇ ਤੇਰੇ ਜੀਵਨ ਦੀ। ਸਤਿਗੁਰੂ ਸਾਹਿਬਾਨ ਦੇ ਵੀ ਬੱਚੇ ਸਨ, ਗੁਰੂ ਸਾਹਿਬਾਨ ਨੇ ਵੀ ਗ੍ਰਸਤੀ ਜੀਵਨ ਜੀਵੇ ਹੈ, ਪਰ ਗ੍ਰਸਤ ਨੂੰ ਆਪਣੀ ਕਮਜ਼ੋਰੀ ਨਹੀਂ ਬਣ ਦਿੱਤਾ। ਅੱਜ ਸਾਡਾ ਗ੍ਰਸਤ ਜਿਹੜਾ ਮਾਫ ਕਰਨਾ ਕਮਜ਼ੋਰੀ ਬਣ ਗਿਆ। ਗ੍ਰਸਤ ਦਿੱਤਾ ਸੀ ਤਾਂ ਕਿ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਮੈਂ, ਮੇਰੀ ਪਤਨੀ, ਮੇਰੇ ਬੱਚੇ ਰਲ ਮਿਲ ਕੇ ਸੱਚ ਦੀ ਸੇਵਾ ਵਿੱਚ ਲੱਗਣ, ਮਾਨਵਤਾ ਦੀ ਸੇਵਾ ਵਿੱਚ ਲੱਗਣ। ਸਭ ਤੋਂ ਪਹਿਲਾਂ ਘਰ ਦਾ ਮੁਖੀਆ ਜਿਹੜਾ ਉਹ ਤੁਰੇ, ਫਿਰ ਪਤਨੀ ਤੁਰੇ, ਫਿਰ ਬੱਚੇ ਤੁਰਨ। ਗੱਲ ਕੀ ਇਹ ਸਾਰੇ ਦੇ ਸਾਰੇ ਰਲ ਮਿਲ ਕੇ ਇੱਕ ਪਰਿਵਾਰਿਕ ਜੀਵਨ ਦੇ ਵਿੱਚ ਜੋ ਇੱਕ ਸੰਗੀ ਬਣ ਕੇ, ਇੱਕ ਸਾਥੀ ਬਣ ਕੇ, ਇੱਕ ਦੂਜੇ ਦੀ ਸਪੋਰਟ ਕਰਦਿਆਂ ਹੋਇਆਂ ਪਰਮਾਤਮਾ ਨੂੰ ਮਾਨਵਤਾ ਵਿੱਚ ਹਾਜ਼ਰ ਨਾਜ਼ਰ ਜਾਣਦੇ ਆ, ਪਰਮਾਤਮਾ ਦੀ ਸੇਵਾ ਵਿੱਚ ਲੱਗਦੇ। ਪਰ ਹੋਇਆ ਕੀ? ਮਨੁੱਖ ਪਰਮਾਤਮਾ ਦੀ ਸੇਵਾ ਕਰਨ ਦੀ ਬਜਾਏ ਇਹ ਇਸ ਪਰਿਵਾਰ ਦੇ ਮਹਾਜਾਲ ਵਿੱਚ ਫਸ ਗਿਆ। ਇਹਦਾ ਪੁੱਤ ਮੋਹ ਦੀ ਕਮਜ਼ੋਰੀ ਬਣ ਗਿਆ। ਪੁੱਤਰ ਮੋਹ ਦੇ ਵਿੱਚ ਲੋਕਾਂ ਨੇ ਬਹੁਤ ਕੁਝ ਬਰਬਾਦ ਕੀਤਾ ਹੈ, ਬਹੁਤ ਕੁਝ ਬਰਬਾਦ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਨੇ ਨਾ ਪੁੱਤਰ ਦਾ ਮੋਹ ਰੱਖਿਆ, ਨਾ ਪਰਿਵਾਰਾਂ ਦਾ ਮੋਹ ਰੱਖਿਆ। ਧੰਨ ਸਾਹਿਬ ਗੁਰੂ ਗੋਬਿੰਦ ਸਿੰਘ, ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਤੇ ਵੀ ਪੁੱਤਰ ਦਾ ਮੋਹ ਨਹੀਂ ਹੈ। ਸੱਚ ਨੂੰ ਡੰਕੇ ਦੀ ਚੋਟ ਤੇ ਕਿਹਾ ਗਿਆ ਹੈ। ਰਾਮ ਰਾਏ ਨੇ ਗੁਰਬਾਣੀ ਦੀਆਂ ਪੰਕਤੀਆਂ ਦੀ ਤਬਦੀਲੀ ਕੀਤੀ, ਆਪਣੀ ਮਰਜ਼ੀ ਨਾਲ ਬਦਲਿਆ, ਡੰਕੇ ਦੀ ਚੋਟ ਦੇ ਉੱਤੇ ਜਵਾਬ ਦਿੱਤਾ ਵੀ ਜਿੱਧਰ ਨੂੰ ਤੇਰਾ ਮੂੰਹ ਉੱਧਰ ਨੂੰ ਜਾ, ਸਾਡਾ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ। ਕਿਉਂਕਿ ਪੁੱਤਰ ਮੋਹ ਨਹੀਂ। ਪੁੱਤ ਦੀ ਗਲਤੀ ਨੂੰ ਛਪਾਉਣ ਦੀ ਇਹ ਨਹੀਂ ਕਿ ਜੇ ਪੁੱਤਰ ਨੇ ਗਲਤੀ ਕੀਤੀ ਹੈ ਤੇ ਉਹਨੂੰ ਛਪਾਇਆ ਜਾਵੇ, ਨਹੀਂ, ਸਰੇਆਮ ਖੁੱਲ੍ਹ ਕੇ ਸਾਹਮਣੇ ਰੱਖ ਦਿੱਤਾ ਹੈ। ਧਰਮ ਕੀ ਕਹਿੰਦਾ ਹੈ? ਧਰਮ ਕਹਿੰਦਾ ਹੈ ਵੀ ਜਿੱਦਣ ਮਨੁੱਖ ਧਰਮ ਨੂੰ ਅਪਣਾ ਲਵੇਗਾ ਨਾ, ਉਦਣ ਧਰਮ ਇਹ ਸਿਖਾਵੇਗਾ ਜੇ ਮੇਰੇ ਪੁੱਤਰ ਨੇ ਗਲਤੀ ਕੀਤੀ ਹੈ ਨਾ, ਉਹ ਵੀ ਸਜ਼ਾ ਦਾ ਹੱਕਦਾਰ ਹੈ। ਜੇ ਮੇਰੀ ਪਤਨੀ ਨੇ ਕੀਤੀ ਹੈ, ਸਜ਼ਾ ਦੀ ਹੱਕਦਾਰ ਹੈ। ਮੈਂ ਉਸ ਚੋਰ ਦੀ, ਉਸ ਅਪਰਾਧੀ ਦੀ ਕਦੀ ਵੀ ਸਾਈਡ ਨਹੀਂ ਲਊਂਗਾ। ਪਰ ਜੀ ਤੁਸੀਂ ਸੰਸਾਰ ਦਾ ਜੀਵਨ ਦੇਖੋ, ਪਤਾ ਹੈ ਮੇਰਾ ਪੁੱਤਰ ਗਲਤ ਆ, ਪਤਾ ਹੈ ਪੁੱਤਰ ਸ਼ਰਾਬੀ ਹੈ, ਪਤਾ ਹੈ ਮੇਰਾ ਪੁੱਤਰ ਨੋ ਮੇਰੀ ਨੂੰ ਕੁੱਟਦਾ ਹੈ, ਧੀ ਨੂੰ ਕੁੱਟਦਾ ਹੈ, ਪਰ ਫਿਰ ਵੀ ਮਾਂ ਕਿਹਦਾ ਸਾਥ ਦੇ ਰਹੀ ਹੈ? ਪੁੱਤਰ ਦਾ ਦੇ ਰਹੀ ਹੈ। ਕਿਉਂਕਿ ਹਾਲਾਤ ਹੀ ਐਸੇ ਬਣ ਚੁੱਕੇ ਨੇ। ਸੰਸਾਰ ਦਾ ਸਾਰਾ ਕਬਾੜਾ ਕਰ ਦਿੱਤਾ ਹੈ ਇਸ ਮੋਹ ਦੀ ਕਮਜ਼ੋਰੀ ਨੇ। ਤੋ ਸਾਹਿਬ ਕਹਿੰਦੇ ਜਿਹੜਾ ਮੇਰਾ ਮਿੱਤਰ ਆ ਨਾ, ਮੇਰਾ ਸਖਾ ਹੈ, ਉਹ ਕੇਵਲ ਪਰਮਾਤਮਾ ਹੈ। ਇਸੇ ਕਰਕੇ ਮੈਂ ਕਮਜ਼ੋਰ ਨਹੀਂ। ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲਾ ਸਿੱਖ ਕਮਜ਼ੋਰ ਨਹੀਂ ਹੋ ਸਕਦਾ।
ਉਹਦੀ ਦੁਨਿਆਵੀ ਕਮਜ਼ੋਰੀ ਨਹੀਂ ਹੋ ਸਕਦੀ। ਸਤਿਗੁਰ ਨੇ ਸਾਰੀਆਂ ਕਮਜ਼ੋਰੀਆਂ ਸਿੱਖ ਦੇ ਜੀਵਨ ਵਿੱਚੋਂ ਕੱਢ ਦਿੱਤੀਆਂ। ਕਿ ਤੁਸੀਂ ਇਮੇਜਨ ਕਰ ਸਕਦੇ ਆ ਕਿ ਵੀ ਇੱਕ ਤੋਪ ਦੇ ਅੱਗੇ ਕੋਈ ਆਪਣਾ ਸੀਨਾ ਢਾਹ ਦੇਵੇ ਤੇ ਆਖੇ ਭਾਈ ਮੈਨੂੰ ਵੀ ਨਾਲ ਉਡਾ ਦਿਓ। ਜਦੋਂ ਤੋਪ ਦਾ ਪਹੀਆ ਟੁੱਟਾ ਜੰਗ ਦੇ ਮੈਦਾਨ ਦੇ ਵਿੱਚ, ਤੇ ਉਸ ਤੋਪ ਦੇ ਪਹੀਏ ਦੀ ਜਗ੍ਹਾ ਦੇ ਉੱਤੇ ਸਿੱਖਾਂ ਨੇ ਆਪਣੇ ਮੋਢੇ ਲਾਏ, ਕਿਉਂਕਿ ਕਮਜ਼ੋਰੀ ਨਹੀਂ ਸੀ ਜੀਵਨ 'ਚ। ਸਮਝ ਆ ਗਈ ਸੀ ਮਰਨਾ ਹੈ, ਜਨਮ ਹੈ ਤੇ ਮੌਤ ਵੀ ਹੈ, ਤੇ ਮਰਨਾ ਹੈ ਤੇ ਐਸਾ ਜੀ ਕੇ ਮਰਿਆ ਜਾਵੇ ਕਿ ਮਰਨ ਤੋਂ ਬਾਅਦ ਅਮਰ ਹੋ ਜਾਈਏ। ਕਬੀਰ ਜੀ ਨੂੰ ਇਹ ਗੱਲ ਸਮਝ ਆ ਗਈ ਸੀ, ਜੇ ਮਰਨਾ ਹੈ ਘੱਟੋ ਘੱਟ ਹੱਕ ਦੀ ਗੱਲ ਕਰਦਿਆਂ, ਇਨਕਲਾਬ ਦੀ ਗੱਲ ਕਰਦਿਆਂ ਮਰਿਆ ਜਾਵੇ, ਸੱਚ ਸੁਣਾ ਕੇ ਮਰਿਆ ਜਾਵੇ। ਨਹੀਂ ਡਰੇ। ਬੜਾ ਡਰਾਉਣ ਦੀ ਕੋਸ਼ਿਸ਼ ਕੀਤੀ ਸਮੇਂ ਦੇ ਧਾਰਮਿਕ ਪਾਂਡੇ ਨੇ, ਅੱਜ ਵੀ ਇਹੀ ਕੀਤਾ ਜਾ ਰਿਹਾ ਹੈ। ਸੱਚ ਬੋਲਣ ਵਾਲੇ ਪ੍ਰਚਾਰਕ ਨੂੰ ਅੱਜ ਵੀ ਉਹ ਪਾਂਡਾ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਬੰਦਿਆਂ ਦੇ ਵਿੱਚ ਬਹਿ ਕੇ ਜਿਨ੍ਹਾਂ ਨੇ ਬਾਣੇ ਤੇ ਸਿੱਖੀ ਦੇ ਪਾਏ ਨੇ, ਪਰ ਮੱਤ ਉਹਨਾਂ ਦੀ ਹਜੇ ਵੀ ਉਹੀ ਪਾਂਡਿਆਂ ਵਾਲੀ ਹੈ। ਉਹ ਨਿਆਰੇਪਨ ਉੱਤੇ ਤੁਰਨਾ ਹੀ ਨਹੀਂ ਚਾਹੁੰਦੇ। ਸਤਿਗੁਰ ਨੇ ਇੰਨੀ ਮਿਹਨਤ ਕਰਕੇ ਸਿੱਖ ਦੇ ਅੰਦਰ ਨਿਆਰੇਪਨ ਨੂੰ ਪੈਦਾ ਕੀਤਾ, ਸਿੱਖ ਦਾ ਨਿਰਾਲਾ ਪੰਥ ਤਿਆਰ ਕੀਤਾ, ਸਿੱਖ ਨੂੰ ਨਿਰਮਲ ਪੰਥ ਦਾ ਭਾਈਦਾਰ ਬਣਾਇਆ। ਇਹ ਦੁਬਾਰਾ ਮੁੜ ਮੁੜ ਕੇ ਫਿਰ ਉਹੀ ਸਨਾਤਨ ਮੱਤ ਦੇ ਕੋਲ ਜਾਣ ਨੂੰ ਬੈਠਾ ਹੈ। ਦੁਬਾਰਾ ਮੁੜ ਮੁੜ ਕੇ ਫਿਰ ਉਹਨਾਂ ਦੀ ਝੋਲੀ ਵਿੱਚ ਡਿੱਗ ਰਿਹਾ ਹੈ। ਦੁਬਾਰਾ ਮੁੜ ਮੁੜ ਕੇ ਫਿਰ ਉਹੀ ਬ੍ਰਹਮਾ ਵਿਸ਼ਨੂੰ ਮਹੇਸ਼ ਦੀਆਂ ਸਾਖੀਆਂ, ਤੁਸੀਂ ਸੂਰਜ ਪ੍ਰਕਾਸ਼ ਵਰਗੇ ਗ੍ਰੰਥ ਦੀਆਂ ਸਾਖੀਆਂ ਪੜ੍ਹ ਕੇ ਤੇ ਦੇਖੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਚਪਨ ਦੀ ਸਾਖੀਆਂ ਪੜ੍ਹ ਲਓ। ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਜਨਮੇ, ਦੇਵੀ ਦੇਵਤਿਆਂ ਨੇ ਆ ਕੇ ਫੁੱਲਾਂ ਦੀ ਵਰਖਾ ਕੀਤੀ, ਬ੍ਰਹਮਾ ਜੀ ਆਏ, ਵਿਸ਼ਨੂੰ ਜੀ ਆਏ, ਆਦਿਕ ਇਹੋ ਜਿਹੇ ਅਲੰਕਾਰ ਬਣਾ ਦਿੱਤੇ ਗਏ ਨੇ। ਅਸੀਂ ਆਪਣੇ ਮੂੰਹ ਇਹ ਗੱਲ ਐਕਸੈਪਟ ਕਰ ਰਹੇ ਹਾਂ, ਤੇ ਫਿਰ ਕੀ ਕਰਾਂਗੇ? ਇੱਕ ਗੱਲ ਚੇਤੇ ਰੱਖਿਓ, ਬੜੀ ਸ਼ਾਤਰ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਜਿੱਦਣ ਤੱਕ ਅਸੀਂ ਸੁਚੇਤ ਨਹੀਂ ਨਾ ਹੁੰਦੇ, ਸਮਝਦਾਰ ਨਹੀਂ ਬਣਦੇ, ਗੁਰਬਾਣੀ ਸਮਝਦਾਰ ਬਣਾਉਂਦੀ ਹੈ। ਸਤਿਗੁਰ ਦੀ ਮੱਤ, ਗੁਰੂ ਦਾ ਉਪਦੇਸ਼ ਸਾਨੂੰ ਸਿਆਣਾ ਕਰਦਾ ਹੈ, ਸਾਡੀ ਮੱਤ ਨੂੰ ਉਜਵਲ ਕਰਦਾ ਹੈ, ਬਰੀਕ ਬਣਾਉਂਦਾ ਹੈ। ਸਾਡੀ ਮੱਤ ਦੀ ਕਸਵੱਟੀ ਇਤਨੀ ਡੂੰਘੀ ਕਰ ਦਿੰਦਾ ਹੈ, ਝੂਠਾ ਟੇਕੇ ਨਾ ਕੋਈ। ਇਹਦੇ ਉੱਪਰ ਫਿਰ ਝੂਠ ਨਹੀਂ ਟੇਕਦਾ। ਮਨੁੱਖ ਦੇ ਸੈਂਸਰ ਐਨ ਕਾਮਯਾਬ ਹੋ ਜਾਂਦੇ ਨੇ ਜਦੋਂ ਇਹਨੂੰ ਪਤਾ ਲੱਗਦਾ ਵੀ ਆਹ ਪ੍ਰਚਾਰਕ ਨਾ ਇੱਥੇ ਹੁਣ ਨਾ ਰਲਗੜ ਪਾ ਰਿਹਾ, ਹੁਣ ਆਹ ਇੱਥੇ ਝੂਠੀ ਸਾਖੀ ਸੁਣਾ ਰਿਹਾ ਜਿਹਦਾ ਮੇਰਾ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਤੁਰੰਤ ਸਮਝਦਾਰ ਬਣ ਜਾਂਦਾ। ਤੋ ਸਾਹਿਬ ਕਹਿੰਦੇ ਮੇਰੇ ਜੀਵਨ ਦਾ ਜਿਹੜਾ ਸਾਥੀ ਆ ਨਾ, ਜਿਹੜਾ ਮੇਰਾ ਸਖਾ ਹੈ, ਜਿਹੜਾ ਮੇਰਾ ਮਿੱਤਰ ਆ, ਉਹ ਕੌਣ ਆ? ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਮੇਰਾ ਮੀਤ, ਮੇਰਾ ਸਖਾ ਕੇਵਲ ਤਾਂ ਕੇਵਲ ਪਰਮਾਤਮਾ ਹੈ। ਪੁੱਤ ਕਲਤ ਮੋਹ ਬਿਖ ਹੈ, ਆ ਪੁੱਤਰ ਦਾ ਮੋਹ, ਪਤਨੀ ਦਾ ਮੋਹ, ਕੀ ਇਹ ਜ਼ਹਿਰ ਆ? ਜੇ ਮੋਹ ਹੈ, ਦੇਖੋ ਪ੍ਰੇਮ ਹੈ, ਪੁੱਤਰ ਦੀ ਪਰਵਰਿਸ਼ ਕਰਨੀ ਹੈ, ਪਾਲਣਾ ਹੈ, ਮੇਰੀ ਡਿਊਟੀ ਹੈ, ਬੱਚਿਆਂ ਦੀ ਪਰਵਰਿਸ਼ ਕਰਨੀ ਹੈ। ਜਿਸ ਪਤਨੀ ਨੂੰ ਮੈਂ ਵਿਆਹ ਕੇ ਲੈ ਕੇ ਆਇਆ ਹਾਂ, ਉਸ ਪਤਨੀ ਦੇ ਨਾਲ ਖੜਨਾ, ਉਸ ਪਤਨੀ ਦਾ ਸਤਿਕਾਰ ਕਰਨਾ, ਉਸ ਪਤਨੀ ਦੇ ਨਾਲ ਹਰ ਵਕਤ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਾ, ਇਹ ਮੇਰਾ ਫਰਜ਼ ਹੈ। ਪਰ ਪਤਨੀ ਦੇ ਮੋਹ ਵਿੱਚ ਪੈ ਕੇ ਅਪਰਾਧ ਕਰਨਾ, ਝੂਠ ਬੋਲਣਾ, ਇਹ ਗੁਨਾਹ ਹੈ, ਇਹ ਨਹੀਂ ਕਰਨਾ। ਸਭ ਕਹਿੰਦੇ ਇਹ ਕੀ ਹੈ? ਇਹ ਬਿਖ ਆ, ਇਹ ਜ਼ਹਿਰ ਆ। ਜੇ ਤੂੰ ਇਸ ਮੋਹ ਦੀ ਪ੍ਰਪਾਟੀ ਵਿੱਚ ਪੈ ਗਿਓ ਨਾ, ਜੇ ਇਸ ਮੋਹ ਦੀ ਦਲਦਲ ਵਿੱਚ ਧੱਸ ਗਿਓ, ਤੇ ਸਭ ਕਹਿੰਦੇ ਪੰਕਜ ਮੋਹ ਪਗ ਨਹੀਂ ਚੱਲੇ। ਚੇਤਾ ਰੱਖੀ, ਇਹ ਚਿੱਕੜ ਵਿੱਚ ਐਸਾ ਡੁੱਬੇਗਾ, ਤੇਰਾ ਧਰਮ ਦੇ ਰਸਤੇ ਤੇ ਕਦਮ ਨਹੀਂ ਤੇਰੇ ਕੋਲ ਚੱਕਿਆ ਜਾਵੇਗਾ। ਕਿਤੇ ਵਿਚਾਰ ਕੇ ਦੇਖਿਓ। ਬੜੀ ਵਾਰੀ ਸਾਡੇ ਮਨ ਵਿੱਚ ਜੀ ਆਇਆ ਕਿ ਅਸੀਂ ਨਾ ਕੁਝ ਭਲਾ ਕਰੀਏ, ਕੁਝ ਪਰਉਪਕਾਰ ਕਰੀਏ, ਕੁਝ ਮਾਨਵਤਾ ਦਾ, ਕਿਸੇ ਦਾ ਹੈਲਪ ਕਰੀਏ, ਪਰ ਅੰਦਰ ਜਿਹੜੀ ਮੋਹ ਦੀ ਪੀੜਾ ਸੀ ਨਾ, ਉਹ ਚਿੱਕੜ ਨੇ ਸਾਨੂੰ ਫਿਰ ਵਾਪਸ ਖਿੱਚ ਲਿਆ। ਜੇ ਮੈਂ ਇਹ ਕੀਤਾ ਤੇ ਮੇਰੇ ਪਰਿਵਾਰ ਦਾ ਕੀ ਹੋਊਗਾ? ਫਿਰ ਵਾਪਸ ਖਿੱਚ ਲਿਆ ਸਾਨੂੰ, ਅਸੀਂ ਫਿਰ ਉਸ ਦਲਦਲ ਵਿੱਚ ਧੱਸ ਗਏ। ਇਸੇ ਕਰਕੇ ਸਾਹਿਬ ਕਹਿੰਦੇ ਜਿੱਦਣ ਇਹ ਮੋਹ ਦੀ ਚਿੱਕੜ ਦੇ ਵਿੱਚ ਪੈਰ ਰੱਖ ਲੈਂਦਾ ਹੈ ਨਾ, ਤੇ ਚਿੱਕੜ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਤੁਰਨਾ ਬਹੁਤ ਔਖਾ ਹੈ। ਆ ਜਦੋਂ ਮੋਹ, ਕਹਿੰਦੇ ਜਿਸ ਪੁੱਤਰ ਵਾਸਤੇ, ਜਿਸ ਔਰਤ ਦੇ ਵਾਸਤੇ, ਜਿਸ ਮੋਹ ਰੂਪੀ ਜ਼ਹਿਰ ਨੂੰ ਤੂੰ ਨਿਤ ਖਾ ਰਿਹਾ ਵਾ ਨਾ, ਚੇਤਾ ਰੱਖੀ ਅੰਤ ਵੇਲੇ ਕੋਈ ਵੀ ਤੇਰਾ ਸਾਥੀ ਨਹੀਂ ਹੋ ਬਣਨਾ, ਕੋਈ ਤੇਰਾ ਸੰਗੀ ਨਹੀਂ ਹੋ ਬਣਨਾ। ਇਹਨਾਂ 'ਚ ਕੋਈ ਤੇਰਾ ਮਿੱਤਰ ਨਹੀਂ ਹੈ, ਕਿਸੇ ਨੇ ਤੇਰੇ ਨਾਲ ਨਹੀਂ ਜਾਣਾ, ਸਭ ਨੇ ਤੈਨੂੰ ਛੱਡ ਜਾਣਾ, ਤੂੰ ਇਕੱਲਾ ਰਹਿ ਜਾਣਾ। ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ। ਪਹਿਲਾ ਬੰਦ ਹੈ ਅੱਜ ਦੇ ਪਾਵਨ ਸ਼ਬਦ ਦਾ।
ਸ਼ਿਰਾਗ ਮਹੱਲਾ ਚੌਥਾ। ਦਿਨਸ ਚੜ੍ਹੈ ਫਿਰ ਆਥ ਹੋਵੈ, ਰਹਿਣ ਸਬਾਈ ਜਾਏ। ਦਿਨਸ ਦਾ ਅਰਥ ਆ ਦਿਨ, ਚੜ੍ਹੇ ਦਾ ਅਰਥ ਆ ਚੜ੍ਹਦਾ ਹੈ, ਫਿਰ ਬਾਅਦ ਵਿੱਚ ਆਥਵੇਂ ਦਾ ਅਰਥ ਆ ਰਾਤ, ਡੁੱਬ ਜਾਂਦਾ ਹੈ। ਆਥਵੇਂ ਦਾ ਅਰਥ ਆ ਡੁੱਬ ਜਾਂਦਾ ਹੈ, ਰਹਿਣ ਦਾ ਅਰਥ ਆ ਰਾਤ, ਸਬਾਈ ਦਾ ਅਰਥ ਆ ਸਾਰੀ, ਜਾਏ ਦਾ ਅਰਥ ਆ ਜਾਰੀ ਹੈ। ਪੰਕਤੀ ਪੂਰੀ ਦੇ ਅਰਥ ਨੇ। ਸਭ ਕਹਿੰਦੇ ਦਿਨ ਚੜ੍ਹਦਾ ਹੈ ਫਿਰ ਡੁੱਬ ਜਾਂਦਾ ਹੈ। ਸਵੇਰੇ ਦਿਨ ਚੜ੍ਹਿਆ, ਅਸੀਂ ਉੱਠ ਪਏ ਹਾਂ, ਸਾਰਾ ਦਿਨ ਆਪਣੇ ਕੰਮ ਕਾਰ ਕੀਤੇ ਨੇ, ਰਾਤ ਪੈ ਗਈ ਹੈ, ਦਿਨ ਡੁੱਬ ਗਿਆ ਹੈ, ਰਾਤ ਚੜ੍ਹ ਗਈ ਹੈ। ਕਹਿੰਦੇ ਸਾਰੀ ਜ਼ਿੰਦਗੀ ਐਵੇਂ ਲੰਘ ਰਹੀ ਹੈ, ਸਾਰੀ ਰਾਤ ਵੀ ਲੰਘ ਰਹੀ ਹੈ। ਦਿਨ ਚੜ੍ਹਦਾ ਹੈ, ਰਾਤ ਪੈ ਜਾਂਦੀ ਹੈ, ਰਾਤ ਚੜ੍ਹਦ ਡੁੱਬਦਾ, ਰਾਤ ਖਤਮ ਹੁੰਦੀ ਹੈ, ਦਿਨ ਚੜ੍ਹ ਜਾਂਦਾ ਹੈ। ਸਾਰੀ ਜ਼ਿੰਦਗੀ ਐਵੇਂ ਲੰਘਦੀ ਜਾ ਰਹੀ ਹੈ। ਆਵ ਘਟੈ, ਆਵ ਘਟੇ ਦਾ ਅਰਥ ਆ ਉਮਰ ਘਟਦੀ ਜਾ ਰਹੀ ਹੈ, ਉਮਰ ਘਟਦੀ ਜਾ ਰਹੀ ਹੈ ਇੱਕ ਇੱਕ ਦਿਨ ਕਰਕੇ। ਅੱਜ ਸਾਲ ਘਟ ਗਏ ਨੇ, 2 ਸਾਲ ਘਟ ਗਏ ਨੇ, 3 ਸਾਲ ਘਟ ਗਏ ਨੇ, 40 ਸਾਲ ਘਟ ਗਏ ਨੇ, 50 ਸਾਲ ਘਟ ਗਏ ਨੇ। ਤੇ 50 ਸਾਲਾਂ 'ਚ ਕੀਤਾ ਕੀ ਹੈ? ਕਿਤੇ ਝਾਤੀ ਮਾਰ ਕੇ ਦੇਖੀਏ ਆਪਣੇ ਆਪ 'ਚ। 40 ਸਾਲਾਂ 'ਚ ਕੀਤਾ ਕੀ ਹੈ? 35 ਸਾਲਾਂ 'ਚ ਕੀਤਾ ਕੀ ਹੈ? ਜੇ ਤੇ 35 ਸਾਲਾਂ ਦੇ ਵਿੱਚੋਂ ਕੋਈ ਜੀਵਨ ਕਿਸੇ ਭਲੇ ਵਾਸਤੇ ਲਾਇਆ ਹੈ, ਨਰ ਨਾ ਬੁੱਝੈ, ਪਰ ਇਸ ਮਨੁੱਖ ਨੂੰ ਇਹ ਸਮਝ ਹੀ ਨਹੀਂ ਆ ਰਹੀ। ਨਿਤ ਮੂਸਾ ਲਾਜ ਟੁਕਾਏ। ਨਿਤ ਦਾ ਅਰਥ ਹੈ ਜਿਵੇਂ, ਰੋਜ਼ਾਨਾ। ਮੂਸਾ ਦਾ ਅਰਥ ਹੈ ਚੂਹਾ। ਲਾਜ ਦਾ ਅਰਥ ਹੈ ਰੱਸੀ। ਲਾਜ ਦਾ ਅਰਥ ਇੱਥੇ ਸ਼ਰਮ ਨਹੀਂ, ਲਾਜ ਦਾ ਅਰਥ ਹੈ ਰੱਸੀ। ਕਹਿੰਦੇ ਜਿਵੇਂ ਚੂਹਾ ਕਿਸੇ ਰੱਸੀ ਨੂੰ ਹੌਲੀ ਹੌਲੀ ਕਰਕੇ ਰੋਜ਼ ਟੁੱਕਦਾ ਹੋਵੇ, ਕਹਿੰਦੇ ਐਵੇਂ ਮੌਤ ਰੂਪੀ ਚੂਹਾ ਨਿਤ ਇਸ ਜ਼ਿੰਦਗੀ ਨੂੰ ਹੌਲੀ ਹੌਲੀ ਕਰਕੇ ਟੁੱਕਦਾ ਜਾ ਰਿਹਾ ਹੈ। ਇੱਕ ਇੱਕ ਦਿਨ ਕਰਕੇ ਰੋਜ਼ ਜ਼ਿੰਦਗੀ ਘਟਦੀ ਜਾ ਰਹੀ ਹੈ। ਤੂੰ ਆਪਣੇ ਜੀਵਨ ਵਿੱਚ ਕੀਤਾ ਕੀ ਹੈ? ਕੀ ਕੀਤਾ ਹੈ ਅੱਜ ਤੱਕ? ਆਪਣਾ ਪੇਟ ਭਰਨ ਤੋਂ ਬਿਨਾਂ, ਆਪਣੇ ਤਨ ਉੱਤੇ ਕੱਪੜੇ ਪਾਉਣ ਤੋਂ ਬਿਨਾਂ, ਆਪਣਾ ਘਰ ਬਣਾਉਣ ਤੋਂ ਬਿਨਾਂ ਕੀਤਾ ਕੀ ਹੈ? ਜੇ ਹਾਂ ਕੀਤਾ ਹੈ ਕਿਸੇ ਦਾ ਕੁਝ ਤੇ ਮੁਬਾਰਕ ਆ। ਜੇ ਕੇਵਲ ਆਪਣਾ ਹੀ ਘਰ ਪੇਟ ਭਰ ਲਿਆ ਤੇ ਜਾਨਵਰ ਵੀ ਤੇ ਹੀ ਭਰ ਰਿਹਾ, ਉਹ ਤੇਰੇ ਨਾਲੋਂ ਤੇ ਸਾਡੇ ਨਾਲੋਂ ਤੇ ਜਾਨਵਰ ਚੰਗਾ ਹੈ। ਉਹਦੀ ਖਲ ਵੀ ਕੰਮ ਆ ਜਾਂਦੀ ਹੈ, ਉਹਦਾ ਦੁੱਧ ਵੀ ਕੰਮ ਆਉਂਦਾ। ਅਸੀਂ ਤੇ ਗੰਦ ਤੇ ਭਰੇ ਆ, ਕੇਵਲ ਗੰਦੀਆਂ ਗੱਲਾਂ ਕਰਨ ਜੋਗੇ ਆ, ਗੰਦਾ ਸੋਚਣ ਜੋਗੇ ਆ, ਗੰਦਾ ਬੋਲਣ ਜੋਗੇ ਆ। ਅਸੀਂ ਤੇ ਜੀਭਾਂ ਤੋਂ ਵੀ ਕਿਸੇ ਦਾ ਭਲਾ ਨਹੀਂ ਕਰ ਪਾਉਂਦੇ। ਮੈਲ ਭਰੀ ਪਈ ਹੈ, ਗੰਦਗੀ ਭਰੀ ਪਈ ਹੈ। ਗੁੜ ਮਿੱਠਾ ਮਾਇਆ ਪਸਰਿਆ। ਕਹਿੰਦੇ ਜਿਵੇਂ ਚੂਹਾ ਗੁੜ ਮਿੱਠੇ ਦੇ ਉੱਤੇ ਜਿਹੜਾ ਆਪਣੇ ਆਪ ਨੂੰ ਗ੍ਰਿਫਤਾਰ ਕਰਾ ਦਿੰਦਾ ਹੈ, ਪਿੰਜਰੇ ਵਿੱਚ ਪੈ ਜਾਂਦਾ ਹੈ, ਕਹਿੰਦੇ ਐਵੇਂ ਮਨੁੱਖ ਸੰਸਾਰ ਦੀ ਮਾਇਆ ਰੂਪੀ ਜਿਹੜਾ ਮਿੱਠਾ ਗੁੜ ਆ ਨਾ, ਉਸ ਮਿਠਾਸ ਦੇ, ਉਸ ਨਸ਼ੇ ਦੇ ਵਿੱਚ ਪਸਰਿਆ ਪਿਆ ਹੈ। ਲਗ ਮੱਖੀ ਪਚੇ ਪਚਾਏ। ਜਿਵੇਂ ਮੱਖੀ ਗੁੜ ਦੇ ਉੱਤੇ ਆ ਕੇ ਬਹਿ ਜਾਵੇ ਤੇ ਉਹ ਤੋਂ ਹਿਲਦੀ ਨਹੀਂ। ਸਭ ਕਹਿੰਦੇ ਐਵੇਂ ਇਹ ਮਨੁੱਖ ਮਾਇਆ ਰੂਪੀ ਮੱਖੀ ਦੇ ਆਲੇ ਦੁਆਲੇ ਬੈਠਾ ਹੈ। ਮਾਇਆ ਰੂਪੀ ਮੱਖੀ ਇਹਦੇ ਘਰ 'ਚ ਘਰ ਕਰਕੇ ਬੈਠੀ ਹੈ। ਇਸੇ ਕਰਕੇ ਸਭ ਕਹਿੰਦੇ ਮਾਖੀ ਤੂੰ ਰਾਮ ਕੀ ਮਾਖੀ, ਜਹਾਂ ਦੁਰਗੰਧ ਤਹਾਂ ਤੂੰ ਬੈਸੈ। ਹੁਣ ਮੱਖੀ ਦਾ ਕੀ ਸੁਭਾਅ ਆ? ਉਹਨੇ ਗੰਦਗੀ ਤੇ ਬਹਿਣਾ ਹੈ। ਐਵੇਂ ਸਾਡਾ ਜਿਹੜੀ ਮਾਇਆ ਦੇ ਪਿੱਛੇ ਲੱਗਿਆ ਹੋਇਆ ਮਨ ਆ ਨਾ, ਇਹ ਨਿਤ ਗੰਦਗੀ ਤੇ ਬਹਿੰਦਾ। ਤੁਸੀਂ ਦੇਖੋ, ਕਈ ਵਾਰੀ ਮੈਂ ਵੇਖਦਾ ਗੁਰਬਾਣੀ ਦੀ ਵਿਚਾਰ ਨੂੰ ਬਹੁਤ ਘੱਟ ਲੋਕੀ ਸੁਣਦੇ ਨੇ, ਬਹੁਤ ਘੱਟ ਮੱਤ ਹੈ ਜਿਨ੍ਹਾਂ ਦਾ ਸੁਣਦਾ ਹੈ। ਗੰਦੇ ਗੀਤ ਹੋਣ, ਗੰਦੀਆਂ ਗੱਲਾਂ ਹੋਣ, ਬੜੇ ਸ਼ੇਅਰ ਕੀਤੇ ਹੋਣਗੇ, ਗੰਦੀਆਂ ਬਾਤਾਂ ਚੱਲਦੀਆਂ ਹੋਣ, ਉੱਤੇ ਸਾਰਾ ਦਿਨ ਬਹਿਣ ਨੂੰ ਤਿਆਰ ਆ ਮਨੁੱਖ। ਕਿਉਂਕਿ ਇਸ ਮਨ ਰੂਪੀ ਮੱਖੀ ਗੰਦੀ ਦਾ ਸੁਭਾਅ ਗੰਦਗੀ ਤੇ ਬਹਿਣਾ, ਚੰਗਿਆਈ ਤੇ ਨਹੀਂ ਬਹਿੰਦੀ ਏ, ਗੰਦਗੀ ਤੇ ਬਹਿੰਦੀ ਹੈ। ਗੁੜ ਮਿੱਠਾ ਮਾਇਆ ਪਸਰਿਆ, ਮਨ ਮੁਕ ਲੱਗ ਮਾਖੀ ਪਚੈ ਪਚਾਏ। ਸਭ ਕਹਿੰਦੇ ਜਿਵੇਂ ਗੁੜ ਜੀਵਾਂ ਨੂੰ ਮਿੱਠਾ ਲੱਗਦਾ ਹੈ, ਤਿਵੇਂ ਮਾਇਆ ਦਾ ਮਿੱਠਾ ਮੋਹ ਪ੍ਰਭਾਵ ਮਨੁੱਖ ਤੇ ਪਾ ਰਿਹਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਮਿਠਾਸ ਵਿੱਚ ਫਸ ਕੇ ਖੁਆਰ ਹੁੰਦਾ ਹੈ। ਜਿਵੇਂ ਮੱਖੀ ਗੁੜ ਉੱਤੇ ਚੰਬੜ ਕੇ ਮਰ ਜਾਂਦੀ ਹੈ, ਇਵੇਂ ਇਹ ਸਾਰੀ ਜ਼ਿੰਦਗੀ ਮਾਇਆ ਦੇ ਹੱਥ ਵਿੱਚ ਨੱਚਦਾ ਹੋਇਆ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ। ਭਾਈ ਰੇ ਮੀਤ ਸਖਾ ਪ੍ਰਭ ਸੋਏ। ਹੇ ਮੇਰੇ ਵੀਰ, ਹੇ ਮੇਰੇ ਭਰਾ, ਮੇਰਾ ਮਿੱਤਰ, ਮੇਰਾ ਸਖਾ, ਮੇਰਾ ਸਹਾਈ ਕੇਵਲ ਪਰਮਾਤਮਾ ਹੈ। ਪੁੱਤ ਕਲਤ ਮੋਬਿਕ ਹੈ, ਅੰਤ ਬੇਲੀ ਕੋਏ ਨਾ ਹੋਏ।
ਪੁੱਤਰ ਤੇ ਇਸਤਰੀ ਦਾ ਮੋਹ ਜ਼ਹਿਰ ਰੂਪ ਆ ਜੋ ਆਤਮਿਕ ਜੀਵਨ ਨੂੰ ਮੁਕਾ ਦਿੰਦਾ ਹੈ। ਮਨੁੱਖ ਦਾ ਜ਼ਮੀਰ ਜਿਹੜਾ ਹੈ ਮਾਰ ਦਿੰਦਾ ਹੈ। ਮਨੁੱਖ ਆਪਣੀ ਆਤਮਾ ਦੀ ਸੋਚ, ਆਤਮਾ ਦੀ ਵਿਚਾਰ ਨੂੰ ਭੁੱਲ ਜਾਂਦਾ ਹੈ। ਆਮ ਕਰਕੇ ਖਿਆਲ ਕਰਨਾ, ਮੈਂ ਇੱਥੇ ਨਹੀਂ ਕਹਿੰਦਾ, ਧਿਆਨ ਦੇਣਾ, ਮਾਫ ਕਰ ਦਿਓ ਜੇ ਮੇਰਾ ਸ਼ਬਦ ਔਖਾ ਹੋਵੇ। ਆਮ ਕਰਕੇ ਮਨੁੱਖ ਜਿਸ ਘਰ ਦੇ ਵਿੱਚ, ਜਾਂ ਕਈ ਵਾਰੀ ਹਾਲਾਤ ਇਹੋ ਜਿਹੇ ਬਣਦੇ ਨੇ, ਔਰਤਾਂ ਦੇ ਪਿੱਛੇ ਲੱਗ ਕੇ, ਨਹੀਂ ਕਹਿੰਦਾ ਔਰਤ ਸਤਿਕਾਰਯੋਗ ਹੈ, ਉਹ ਔਰਤ ਸਤਿਕਾਰਯੋਗ ਹੈ ਜੋ ਘਰ ਨੂੰ ਸਵਰਗ ਬਣਾਉਂਦੀ ਹੈ। ਉਹ ਮੇਰੀ ਭੈਣ, ਉਹ ਮੇਰੀ ਮਾਂ ਸਤਿਕਾਰਯੋਗ ਹੈ ਜਿਸ ਨੇ ਘਰ ਨੂੰ ਸਵਰਗ ਬਣਾਇਆ ਹੈ। ਪਰ ਜਿਹੜੀ ਔਰਤ ਆਪਣੇ ਪਤੀ ਨੂੰ ਘਰ ਤੋੜਨ ਦੀਆਂ ਸਲਾਹਾਂ ਦੇਵੇ, ਜਿਹੜੀ ਔਰਤ ਆਪਣੇ ਪਤੀ ਨੂੰ ਇਹ ਕਵੇ ਕਿ ਤੂੰ ਆਪਣੇ ਮਾਂ-ਬਾਪ ਦੀ ਹਾਲ ਤੱਕ ਨਹੀਂ ਪੁੱਛਣਾ, ਤੇ ਇਸ ਔਰਤ ਨੂੰ ਪੁੱਛਿਆ ਜਾਵੇ ਜਿੱਦਣ ਇਹਦੀ ਮਾਂ ਤੜਫੂਗੀ ਤੇ ਇਹਦਾ ਭਰਾ ਇਹਦੀ ਮਾਂ ਨੂੰ ਕੱਢ ਕੇ ਬਾਹਰ ਸੁੱਟੂਗਾ, ਉਦਣ ਕੀ ਹੋਊਗਾ? ਅੱਜ ਇਹ ਗੱਲ ਮੈਂ ਤਾਂ ਕਹਿ ਰਿਹਾ, ਆਮ ਕਰਕੇ ਔਰਤ ਦੇ ਪਿੱਛੇ ਲੱਗ ਕੇ ਲੜਕਾ ਆਪਣੇ ਮਾਤਾ ਪਿਤਾ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ ਜਾਂ ਬਿਰਧ ਆਸ਼ਰਮ 'ਚ ਭੇਜ ਦਿੰਦਾ ਹੈ। ਮੇਰਾ ਪਰਿਵਾਰ ਆ, ਲੜਕੇ ਦੇ ਪਰਿਵਾਰ ਦੀ ਗਿਣਤੀ ਦੇ ਵਿੱਚ ਉਹਦੀ ਕੇਵਲ ਪਤਨੀ ਤੇ ਬੱਚੇ ਹੁੰਦੇ, ਮਾਤਾ ਪਿਤਾ ਨਹੀਂ ਹੁੰਦੇ। ਜਿੱਦਣ ਮਾਤਾ ਪਿਤਾ ਸਾਡੇ ਪਰਿਵਾਰ ਚੋਂ ਨਿਕਲ ਗਏ ਨਾ, ਖਤਮ ਹੋ ਗਈ ਜ਼ਿੰਦਗੀ। ਪਰ ਜੇ ਉਹੀ ਔਰਤ ਸੱਚ ਦੇ ਰਸਤੇ ਤੇ ਤੁਰੀ ਹੈ, ਮਾਤਾ ਪਿਤਾ, ਲੜਕੇ ਦੇ ਮਾਤਾ ਪਿਤਾ ਨੂੰ ਆਪਣੇ ਮਾਂ-ਬਾਪ ਸਮਝ ਕੇ ਉਹਨਾਂ ਦੀ ਸੇਵਾ ਤਨ ਮਨ ਦੇਹੀ ਨਾਲ ਕਰਦੀ ਹੈ, ਉਹ ਔਰਤ ਸਵਰਗ ਦੀ, ਘਰ ਨੂੰ ਸਵਰਗ ਬਣਾਉਣ ਵਿੱਚ ਆ। ਉਹ ਔਰਤ ਬੰਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਘਰ ਨੂੰ ਸਵਰਗ ਬਣਾਉਣ ਵਿੱਚ ਆ। ਇਹ ਸਾਡੇ ਤੇ ਡਿਪੈਂਡ ਹੈ, ਅਸੀਂ ਕੀ ਕਰਨਾ ਹੈ। ਖੈਰ, ਗੁਰਮਤਿ ਹਰ ਲਿਵ ਉਬਰੇ, ਅਲਿਪਤ ਰਹਿ ਸ਼ਰਣਾਏ। ਗੁਰਮਤਿ, ਗੁਰੂ ਜੀ ਦੀ ਮੱਤ ਤੇ ਚੱਲ ਕੇ ਹਰ ਲਿਵ, ਪਰਮਾਤਮਾ ਨਾਲ ਇੱਕ ਲਿਵ ਪਿਆਰ ਉਭਰੇ, ਬਚ ਜਾਂਦਾ ਹੈ। ਅਲਿਪਤ, ਨਿਰਲੇਪ। ਸਾਹਿਬ ਜੀ ਕਹਿੰਦੇ ਜਿਹੜੇ ਮਨੁੱਖ ਗੁਰੂ ਜੀ ਦੀ ਮੱਤ ਨੂੰ ਲੈ ਕੇ, ਗੁਰੂ ਜੀ ਦੀ ਗਿਆਨ ਨੂੰ ਲੈ ਕੇ ਪਰਿਪੂਰਨ ਪਰਮਾਤਮਾ ਦੇ ਗੁਣਾਂ ਦੇ ਵਿੱਚ ਆਪਣੀ ਸੁਰਤ ਨੂੰ ਜੋੜਦੇ ਹਨ, ਉਹ ਇਸ ਆਤਮਿਕ ਮੌਤ ਤੋਂ ਬਚ ਜਾਂਦੇ ਹਨ ਤੇ ਪਰਮਾਤਮਾ ਜੀ ਦੀ ਸ਼ਰਨ ਵਿੱਚ ਪੈ ਕੇ ਉਹਨਾਂ ਦੇ ਗੁਣਾਂ ਨੂੰ ਜੀਵਨ ਵਿੱਚ ਵਸਾ ਕੇ ਉਹ ਨਿਰਲੇਪ ਹੋ ਜਾਂਦੇ ਨੇ ਇਸ ਮਾਇਆ ਦੇ ਪ੍ਰਭਾਵ ਤੋਂ। ਉਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਐਸੇ ਮਨੁੱਖਾਂ ਨੇ, ਉਨੀ ਦਾ ਅਰਥ ਆ ਉਹਨਾਂ ਨੇ ਚੱਲਣ, ਇਸ ਸੰਸਾਰ ਤੋਂ ਜਾਣਾ, ਸਦਾ ਨਿਹਾਲਿਆ। ਨਿਹਾਲਿਆ ਦਾ ਅਰਥ ਆ ਵੇਖ ਲਿਆ ਹੈ, ਨਿਹਾਲਿਆ ਵੇਖ ਲਿਆ ਹੈ। ਪਤ ਦਾ ਅਰਥ ਆ ਇੱਜ਼ਤ, ਮੰਨੀਏ ਦਾ ਅਰਥ ਆ ਮੰਨੇ ਜਾਂਦੇ ਹਨ। ਸਾਹਿਬ ਕਹਿੰਦੇ ਉਹਨਾਂ ਮਨੁੱਖਾਂ ਨੇ ਜਿਨ੍ਹਾਂ ਨੇ ਇਹ ਗੱਲ ਸਮਝ ਲਈ ਹੈ ਕਿ ਜਗਤ ਤੋਂ, ਇਸ ਸੰਸਾਰ ਤੋਂ ਆਖਰ ਚਲੇ ਜਾਣਾ ਹੈ, ਜਿਨ੍ਹਾਂ ਨੇ ਆਪਣੇ ਸਾਹਮਣੇ ਲੋਕਾਂ ਨੂੰ ਆਉਂਦਾ ਜਾਂਦਾ ਵੇਖ ਲਿਆ ਹੈ, ਉਹਨਾਂ ਨੇ ਪਰਮਾਤਮਾ ਦਾ ਹੁਕਮ, ਪਰਮਾਤਮਾ ਦੇ ਗੁਣ ਆਪਣੀ ਜੀਵਨ ਰੂਪੀ ਸਫ਼ਰ ਵਾਸਤੇ, ਜਿਹੜਾ ਧਨ ਪੂੰਜੀ ਹੈ, ਜਿਹੜੀ ਰਾਸ ਪੂੰਜੀ ਹੈ ਜੀਵਨ ਦੀ, ਇਸ ਜ਼ਿੰਦਗੀ ਦੀ, ਉਹਨੂੰ ਗੁਰਮਤਿ, ਗੁਰੂ ਸ਼ਬਦ ਵਿੱਚੋਂ ਇਕੱਠਾ ਕਰਨਾ ਸ਼ੁਰੂ ਕਰ ਲਿਆ ਹੈ। ਘਰ ਖਰਚ ਲਿਆ ਪਤ ਪਾਏ। ਉਹਨਾਂ ਨੇ ਪਰਮਾਤਮਾ ਦੇ ਗਿਆਨ ਰੂਪੀ ਸੌਦੇ ਨੂੰ, ਉਸ ਰਾਸ ਪੂੰਜੀ ਨੂੰ, ਪਾਕਟ ਮਨੀ ਨੂੰ, ਦੇਖੋ ਇਸ ਸੰਸਾਰ ਵਿੱਚ ਰਹਿਣ ਵਾਸਤੇ ਜਿੱਥੇ ਪੈਸੇ ਦੀ ਲੋੜ ਹੈ ਤੇ ਇੱਕ ਪੈਸਾ ਇੱਕ ਗੁਜਰਾਨ ਹੈ, ਉੱਥੇ ਨਾਲ ਨਾਲ ਸ਼ੁਭ ਗੁਣਾਂ ਦੀ ਲੋੜ ਹੈ। ਅਸੀਂ ਆਪਣੇ ਬੱਚੇ ਨੂੰ ਮਾਇਆ ਤੇ ਬਣਾਉਣੀ ਸਿਖਾਈ ਹੈ, ਬਚਪਨ ਤੋਂ ਸਿਖਾ ਦਿੱਤਾ ਹੈ ਉਹਨੂੰ ਮਾਇਆ ਦਾ ਪ੍ਰੇਮ, ਪਰ ਅਸੀਂ ਉਹਨੂੰ ਇਹ ਨਹੀਂ ਸਿਖਾਇਆ, ਪੁੱਤ ਵੇ ਇਹ ਮਾਇਆ ਬਣਦੀ ਕਿਸ ਤਰ੍ਹਾਂ ਹੈ। ਇੱਕ ਚੋਰੀ ਨਾ ਬਣਾਉਣੀ, ਠੱਗੀ ਨਾ ਬਣਾਉਣੀ, ਇੱਕ ਇਨਸਾਨੀਅਤ ਦੇ ਰੂਪ ਦੇ ਵਿੱਚ ਰਹਿ ਕੇ ਬਣਾਉਣੀ। ਅਸੀਂ ਡਾਕਟਰ ਬਣਾਈਏ, ਇੰਜੀਨੀਅਰ ਬਣਾਈਏ, ਥਾਣੇਦਾਰ ਬਣਾਈਏ, ਜੋ ਮਰਜ਼ੀ ਬਣਾਈਏ, ਪਰ ਸਭ ਤੋਂ ਪਹਿਲਾਂ ਇੱਕ ਮਾਂ-ਬਾਪ ਆਪਣੇ ਬੱਚੇ ਨੂੰ ਇਨਸਾਨ ਬਣਾਉਣ, ਉਹਨੂੰ ਸਮਝ ਆਵੇ ਕਿ ਇਹ ਜਿਹੜੀ ਪੈਸਾ ਹੈ, ਇਹ ਧਨ ਹੈ, ਜਿਹੜੀ ਇਹ ਦੌਲਤ ਆ, ਇਹ ਮੈਂ ਇਮਾਨਦਾਰੀ ਨਾਲ ਕਮਾਉਣੀ ਹੈ, ਸੱਚ ਦੇ ਰਾਹ ਤੇ ਚੱਲ ਕੇ ਕਮਾਉਣੀ ਹੈ, ਭਲਾ ਕਰਕੇ ਕਮਾਉਣੀ ਹੈ, ਲੋਕਾਂ ਦਾ ਖੂਨ ਚੂਸ ਕੇ ਨਹੀਂ ਕਮਾਉਣੀ, ਲੋਕਾਂ ਦੇ ਨਾਲ ਬੇਈਮਾਨੀ ਕਰਕੇ ਨਹੀਂ ਕਮਾਉਣੀ।
ਜਿੱਦਣ ਇਹ ਗੱਲ ਮਾਤਾ ਪਿਤਾ ਆਪਣੇ ਬੱਚੇ ਨੂੰ ਸਿਖਾਉਣਗੇ, ਉਦਣ ਜਿੱਥੇ ਮਾਂ ਬਾਪ ਪੱਤ ਵਾਲੇ ਬਣ ਜਾਣਗੇ, ਉਹਨਾਂ ਦੇ ਬੱਚੇ ਵੀ ਇੱਜ਼ਤ ਵਾਲੇ ਬਣ ਜਾਣਗੇ। ਬੱਚੇ ਨੂੰ ਇੱਜ਼ਤ ਕਮਾਉਣੀ ਸਿਖਾਓ। ਇੱਜ਼ਤ ਕਮਾਊਗਾ ਕਿਵੇਂ? ਜਦੋਂ ਕਿਸੇ ਨੂੰ ਇੱਜ਼ਤ ਦਊਗਾ, ਪਿਆਰ ਦਊਗਾ। ਸਭ ਕਹਿੰਦੇ ਉਨੀ ਚੱਲਣ ਸਦਾ ਨਿਹਾਲਿਆ। ਉਹਨਾਂ ਨੇ ਇਸ ਚੀਜ਼ ਨੂੰ ਸਦਾ ਪਹਿਚਾਣ ਲਿਆ ਹੈ। ਕਿਹਨਾਂ ਨੇ? ਜਿਨ੍ਹਾਂ ਨੇ ਵੇਖ ਲਿਆ ਹੈ ਕਿ ਇਹ ਜਗਤ ਨਿਤ ਜੰਮਦਾ ਹੈ, ਨਿਤ ਮਰਦਾ ਹੈ, ਆਉਣਾ ਜਾਣਾ ਲੱਗਿਆ ਪਿਆ ਹੈ। ਫਿਰ ਉਹ ਇਸ ਜਗਤ ਦੇ ਵਿੱਚ ਆਪਣਾ ਪਸਾਰਾ ਪਸਾਰ ਕੇ ਨਹੀਂ ਬਹਿੰਦੇ। ਉਹ ਫਿਰ ਇਹ ਪਸਾਰਾ ਪਸਾਰ ਕੇ ਨਹੀਂ ਬਹਿੰਦੇ ਵੀ ਇੱਥੇ ਅਸੀਂ ਸਦੀਵੀ ਰਹਿਣਾ ਹੈ। ਫਿਰ ਉਹ ਤੇ ਨਿਤ ਇਸ ਆਸ ਦੇ ਵਿੱਚ ਨੇ ਕਿੱਦਣ ਮੇਰੇ ਘਰ ਤੋਂ ਸੁਨੇਹਾ ਆਵੇ ਤੇ ਮੈਂ ਆਪਣੇ ਘਰ ਨੂੰ ਮੁੜ ਜਾਵਾਂ। ਚੇਤਾ ਰੱਖਿਓ, ਬੰਦਾ ਆਂਢ ਗੁਆਂਢ ਗਿਆ ਹੋਵੇ ਤੇ ਮੁੜ ਸਕਦਾ ਹੈ, ਪਰ ਜਿੱਦਣ ਪ੍ਰੀਤਮ ਕੇ ਦੇਸ਼ ਵੱਲ ਨੂੰ ਤੁਰ ਪੈਂਦਾ ਨਾ, ਜਿੱਦਣ ਇਸ ਸੰਸਾਰ ਦੇ ਵਿੱਚ ਸਰੀਰ ਛੱਡ ਕੇ ਤੁਰ ਪੈਂਦਾ ਹੈ, ਉਦਣ ਨਹੀਂ ਵਾਪਸ ਆਉਂਦਾ। ਉਦਣ ਤੋਂ ਬਾਅਦਾਂ ਮਨੁੱਖ ਦੇ ਗੁਣ ਚੇਤੇ ਕੀਤੇ ਜਾਂਦੇ ਨੇ, ਮਨੁੱਖ ਦੀ ਸੱਚ ਦੇ ਰਾਹ ਤੇ ਚੱਲੇ ਹੋਏ ਕਦਮ ਚੇਤੇ ਕੀਤੇ ਜਾਂਦੇ ਨੇ। ਹੁਣ ਆਪਣੇ ਜੀਵਨ ਵਿੱਚ ਝਾਤੀ ਮਾਰ ਲਈਏ, ਅਸੀਂ ਕੈਸੇ ਬਣਨਾ ਹੈ। ਖਰਚ ਲਿਆ ਪਤ ਪਾਏ, ਸੱਚ ਦਾ ਸੌਦਾ ਇਕੱਠਾ ਕੀਤਾ ਹੈ ਤੇ ਸਦਾ ਆਪਣੀ ਜ਼ਿੰਦਗੀ ਵਿੱਚ ਇੱਜ਼ਤ ਪਤ ਲੈ ਕੇ ਉਹ ਪ੍ਰਭੂ ਦੇ ਘਰ ਵੱਲ ਨੂੰ ਤੁਰਿਆ ਹੈ। ਗੁਰਮੁਖ ਦਰਗਾਹ ਮੰਨੀਐ, ਹਰ ਆਪ ਲਏ ਗਲ ਲਾਏ। ਗੁਰਮੁਖ, ਗੁਰੂ ਦੇ ਸਨਮੁਖ ਰਹਿਣ ਵਾਲਾ ਜਿਹੜਾ ਗੁਰੂ ਦਾ ਸਿੱਖ ਆ, ਦਰਗਾਹ ਮੰਨੀ ਹੈ ਉਹਨੇ। ਸੰਸਾਰ ਰੂਪੀ ਸੱਚ ਦੀ ਦਰਗਾਹ, ਜਿੱਥੇ ਪ੍ਰਮਾਤਮਾ ਜੀ ਹਾਜ਼ਰ ਨਾਜ਼ਰ ਵਸਦੇ ਨੇ, ਇੱਥੇ ਸਦਾ ਉਹ ਸਤਿਕਾਰੇ ਜਾਂਦੇ ਨੇ, ਸਦਾ ਮੁਬਾਰਕ ਹੁੰਦੇ ਨੇ ਜੋ ਸੱਚ ਦੇ ਰਸਤੇ ਤੇ ਤੁਰਦੇ ਹਨ। ਹਰ ਆਪ ਲਏ ਗਲ ਲਾਏ, ਕਿਉਂਕਿ ਪਰਿਪੂਰਨ ਪ੍ਰਮਾਤਮਾ ਜੀ ਉਹਨਾਂ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਦੀ ਸੱਚ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣੇ ਗਲੇ ਨਾਲ ਲਾ ਲੈਂਦੇ ਹਨ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਪੰਥ ਦਾ ਅਰਥ ਹੁੰਦਾ ਹੈ ਰਸਤਾ, ਪ੍ਰਗਟਾ ਦਾ ਅਰਥ ਹੈ ਸਾਫ਼, ਦਰ ਰਾਰੀ ਨੂੰ ਸਿਹਾਰੀ ਹੈ ਭਾਵ ਦਰ ਤੇ। ਠਾਕ ਦਾ ਅਰਥ ਹੈ ਰੁਕਾਵਟ, ਸਲਾਹਣ ਦਾ ਅਰਥ ਹੈ ਸਲਾਹੁੰਦੇ ਹਨ। ਸਾਹਿਬ ਕਹਿੰਦੇ ਜਿਹੜੇ ਗੁਰੂ ਜੀ ਦੇ ਸਨਮੁਖ ਰਹਿਣ ਵਾਲੇ, ਗੁਰੂ ਦੀ ਮੱਤ ਤੇ ਜਿਹੜੇ ਤੁਰਨ ਵਾਲੇ ਗੁਰੂ ਦੇ ਸਿੱਖ ਨੇ ਨਾ, ਉਹਨਾਂ ਦਾ ਜਿਹੜਾ ਜੀਵਨ ਦਾ ਰਸਤਾ ਹੈ ਉਹ ਬਿਲਕੁਲ ਸਾਫ਼ ਤੇ ਸੁਥਰਾ ਹੋ ਜਾਂਦਾ ਹੈ, ਸਿੱਧਾ ਪੱਧਰਾ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਆਪਣੀ ਮੰਜ਼ਿਲ ਨਜ਼ਰ ਆਉਣ ਲੱਗ ਪੈਂਦੀ ਹੈ। ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਦਿਸਣ ਲੱਗ ਪੈਂਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਪਰਿਪੂਰਨ ਪਰਮਾਤਮਾ ਦੇ ਵਿੱਚ ਅਭੇਦ ਕਰਨਾ ਹੈ। ਉਹਨਾਂ ਨੂੰ ਰਸਤਾ ਬਿਲਕੁਲ ਸਾਫ਼ ਨਜ਼ਰ ਆਉਂਦਾ ਹੈ। ਫਿਰ ਦਰ ਠਾਕ ਨਾ ਕੋਈ ਪਾਏ, ਫਿਰ ਪਰਮਾਤਮਾ ਦੇ ਇਸ ਰਸਤੇ ਵੱਲ ਜਿਹੜੇ ਉਹਨਾਂ ਦੇ ਕਦਮ ਚੱਲ ਰਹੇ ਨੇ, ਉੱਥੇ ਤੱਕ ਪਹੁੰਚਣ ਦੇ ਵਿੱਚ ਫਿਰ ਉਹਨਾਂ ਦੇ ਰਸਤੇ ਵਿੱਚ ਕੋਈ ਵੀ ਰੁਕਾਵਟ ਨਹੀਂ ਪਾ ਸਕਦਾ। ਉਹ ਭਟਕਦੇ ਨਹੀਂ ਆਪਣੇ ਰਸਤੇ ਤੋਂ, ਭਰਮਦੇ ਨਹੀਂ, ਭੁਲੇਖੇ 'ਚ ਨਹੀਂ ਪੈਂਦੇ। ਉਹ ਬਿਲਕੁਲ ਸਾਫ਼ ਆਪਣੇ ਰਸਤੇ ਤੇ ਤੁਰਦੇ ਨੇ। ਫਿਰ ਕੋਈ ਕਿੰਨੀਆਂ ਵੀ ਰੁਕਾਵਟਾਂ ਪਾਵੇ, ਕਿੰਨੇ ਵੀ ਸੰਕਟ ਪਾਵੇ, ਉਹ ਸਾਰਿਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਮੰਜ਼ਿਲ ਤੇ ਇੱਕ ਦਿਨ ਪਹੁੰਚ ਜਾਂਦੇ ਨੇ। ਹਰ ਨਾਮ ਸਲਾਹਨ ਨਾਮ ਮਨ, ਨਾਮ ਰਹਿਣ ਲਿਵ ਲਾਏ। ਉਹਨਾਂ ਦੇ ਜੀਵਨ ਦਾ ਆਧਾਰ ਕੀ ਬਣ ਜਾਂਦਾ ਹੈ? ਹਰ ਵਕਤ ਹਰ ਨਾਮ ਸਲਾਹਨ, ਉਹ ਪ੍ਰਮਾਤਮਾ ਜੀ ਦੀ ਸਿਫਤ ਸਲਾਹ ਕਰਦੇ ਨੇ, ਉਹਦੇ ਨਾਮ ਨੂੰ ਚੇਤੇ ਕਰਦੇ ਨੇ, ਉਹਦੇ ਹੁਕਮ ਨੂੰ ਚੇਤੇ ਕਰਦੇ ਨੇ, ਸਦਾ ਸਿਫਤ ਜੇ ਕਰਦੇ ਨੇ ਨਿਰੰਕਾਰ ਦੀ ਕਰਦੇ ਨੇ। ਨਾਮ ਮਨ, ਉਹਨਾਂ ਦੇ ਮਨ ਵਿੱਚ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਹੀ ਨਾਮ ਹੁੰਦਾ ਹੈ। ਉਹ ਸੰਸਾਰੀ ਲੋਕਾਂ ਦੇ ਰਾਜਿਆਂ ਦੀਆਂ ਧਨਾੜਾਂ ਦੀਆਂ ਪੈਰਾਂ ਵਿੱਚ ਨਹੀਂ ਡਿੱਗਦੇ, ਲੋਕਾਂ ਦੀਆਂ ਮੁਥਾਜੀਆਂ ਨਹੀਂ ਉਹ ਕਰਦੇ। ਨਾਮ ਰਹਿਣ ਲਿਵ ਲਾਏ, ਤੇ ਸਦਾ ਵਾਸਤੇ ਪਰਿਪੂਰਨ ਪਰਮਾਤਮਾ ਦੇ ਅਟਲ ਰਹਿਣ ਵਾਲੇ ਸੱਚੇ ਗੁਣਾਂ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਉਹ ਇੱਕ ਲਿਵਤਾਰ ਜੁੜ ਜਾਂਦੇ ਹਨ, ਪ੍ਰੇਮ ਪਾ ਲੈਂਦੇ ਹਨ। ਕਿਉਂਕਿ ਉਹਨਾਂ ਤੋਂ ਬਿਨਾਂ, ਪਰਮਾਤਮਾ ਦੇ ਸਿਫਤ ਸਲਾਹ ਤੋਂ ਬਿਨਾਂ ਉਹਨਾਂ ਦਾ ਜੀਵਨ ਉਹਨਾਂ ਨੂੰ ਛੋਟਾ ਨਜ਼ਰ ਆਉਂਦਾ ਹੈ। ਫਿਰ ਜਦੋਂ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਆਪਣੇ ਜੀਵਨ ਨੂੰ ਨਿਰਮਲ ਤੇ ਸਾਫ਼ ਸੁਥਰਾ ਬਣਾ ਲੈਂਦੇ ਹਨ। ਅਨਹਦ ਧੁਨੀ ਦਰ ਵੱਜਦੇ, ਦਰ ਸੱਚੈ ਸੋਭਾ ਪਾਏ। ਅਨਹਦ ਧੁਨੀ,
ਹੁਣ ਇਹਦੇ ਉੱਪਰ ਬੜਾ ਬਾਲ ਗਵਾ ਲਿਆ ਵੀ ਨਾਮ ਜਪਾਂਗੇ ਨਾ ਤੇ ਅੰਦਰ ਅਨਹਦ ਨਾਦ ਵੱਜਣ ਲੱਗ ਪੈਣਗੇ। ਹੁਣ ਅਨਹਦ ਧੁਨੀ ਕਿਹੜੀ ਵੱਜਦੀ ਹੈ? ਧੁਨੀ ਕੀ ਹੈ? ਧੁਨ। ਧੁਨ ਕੀ ਹੈ? ਹੁਣ ਮੈਂ ਕਿਸੇ ਟੇਬਲ ਦੇ ਉੱਤੇ ਖੜਕਾ ਕਰ ਰਿਹਾ, ਉਹ ਖੜਕਾ ਕੀ ਹੈ? ਉਹ ਖੜਕਾ ਜਿਹੜਾ ਸਾਧਨ ਆ, ਉਹ ਖੜਕਾ ਨਾਮ ਆ। ਉਸ ਨਾਮ, ਉਹ ਖੜਕੇ ਦੇ ਵਿੱਚੋਂ ਜਿਹੜੀ ਧੁਨ ਨਿਕਲ ਰਹੀ ਹੈ ਉਹ ਕੀ ਹੈ? ਖੜਕਾ ਹੋਵੇ, ਹੁਣ ਮੈਂ ਹੱਥ ਉੱਤੇ ਇਵੇਂ ਇਵੇਂ ਕਰ ਰਿਹਾ, ਪਰ ਜਿਹਦੇ ਵਿੱਚ ਵਾਲੀਅਮ ਨਹੀਂ, ਜਿਹਦੇ ਵਿੱਚ ਵੌਇਸ ਨਹੀਂ, ਜਿਹਦੇ ਵਿੱਚ ਧੁਨੀ ਨਹੀਂ, ਉਹ ਖੜਕਾ ਕਿਸੇ ਕੰਮ ਦਾ ਨਹੀਂ, ਕਿਸੇ ਨੂੰ ਸੁਣਾਈ ਨਹੀਂ ਦਊਗਾ ਜਦ ਤੱਕ ਮੈਂ ਆਪਣਾ ਹੱਥ ਪੂਰਾ ਟੇਬਲ ਤੇ ਨਹੀਂ ਮਾਰਦਾ। ਇਵੇਂ ਹੀ ਨਾਮ ਆ। ਨਾਮ ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਆ। ਹੁਣ ਇਹ ਹੁਕਮ ਤੇ ਸੁਣਾਇਆ ਜਾ ਰਿਹਾ, ਪਰ ਜਦ ਤੱਕ ਉਸ ਹੁਕਮ ਦੀ ਵਿਚਾਰ, ਧੁਨ ਕੀ ਹੈ, ਉਸ ਨਾਦ ਦੀ ਧੁਨ ਕੀ ਹੈ? ਧੁਨ ਕੀ ਹੈ? ਗਿਆਨ, ਵਿਚਾਰ, ਸਮਝ। ਉਹ ਜਦੋਂ ਧੁਨ ਨੂੰ ਮੈਂ ਪਕੜੂੰਗਾ, ਉਹਨੂੰ ਫੋਲੋ ਕਰੂੰਗਾ, ਤਾਂ ਮੈਂ ਕਹੂੰਗਾ ਵੀ ਆਹ ਆਵਾਜ਼ ਕਿਸੇ ਟੇਬਲ ਤੋਂ ਆ ਰਹੀ ਹੈ ਖੜਕੇ ਦੀ, ਆਹ ਕਿਸੇ ਭਾਂਡੇ ਡਿੱਗਣ ਦੀ ਹੈ, ਆਹ ਕਿਸੇ ਬੰਸਰੀ ਵੱਜਣ ਦੀ ਹੈ, ਆਹ ਢੋਲ ਵੱਜਣ ਦੀ ਹੈ। ਉਸ ਧੁਨਾਂ ਤੋਂ ਗਿਆਨ ਮਿਲਿਆ ਹੈ। ਇਵੇਂ ਜਦੋਂ ਮੇਰਾ ਮਨ ਗੁਰੂ ਸ਼ਬਦ ਵਿੱਚ ਜੁੜਦਾ ਹੈ, ਉਸ ਸ਼ਬਦ ਵਿੱਚੋਂ ਅਨਹਦ, ਅਨਹਦ ਦਾ ਅਰਥ ਆ ਸੱਚਾ ਤੇ ਪਿਆਰ ਭਰਿਆ ਗਿਆਨ ਜਦੋਂ ਉਪਜਦਾ ਹੈ, ਉਹ ਗਿਆਨ ਵਿਚਾਰ ਬਣ ਕੇ ਜਦੋਂ ਮੇਰੇ ਮਨ ਤੇ ਜਾ ਕੇ ਵਸਦਾ ਹੈ, ਦਰ ਵੱਜਦੇ ਤੇ ਮੇਰੇ ਹਿਰਦੇ ਦੇ ਅੰਦਰ ਸ਼ੁਭ ਗੁਣਾ ਰੂਪੀ ਸੱਚੇ ਗਿਆਨ ਦੀ, ਵਿਚਾਰ ਦੀ ਧੁਨ ਵੱਜਣ ਲੱਗ ਪੈਂਦੀ ਹੈ। ਉਸ ਗਿਆਨ ਨੂੰ ਜਦੋਂ ਮੈਂ ਫਾਲੋ ਕਰਦਾ, ਗੁਰੂ ਦੀ ਵਿਚਾਰ ਨੂੰ ਫਾਲੋ ਕਰਦਾ, ਦਰ ਸੱਚਾ ਹੈ। ਸਦਾ ਅਟਲ ਰਹਿਣ ਵਾਲੇ ਸੱਚੇ ਪ੍ਰਮਾਤਮਾ ਦੇ ਦਰ ਤੇ ਸ਼ੋਭਾ ਪਾਏ, ਫਿਰ ਇੱਜ਼ਤ ਮਿਲਦੀ ਹੈ, ਸਨਮਾਨ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਜਿਨੀ ਗੁਰਮੁਖ ਨਾਮ ਸਲਾਹਿਆ, ਜਿਨ੍ਹਾਂ ਗੁਰੂ ਦੇ ਸਨਮੁਖ ਰਹਿਣ ਵਾਲਿਆਂ, ਗੁਰੂ ਦੀ ਮੱਤ ਤੇ ਚੱਲਣ ਵਾਲਿਆਂ ਗੁਰਸਿੱਖਾਂ ਨੇ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਕੀਤੀ। ਸਭ ਕੋ ਕਹੈ ਸ਼ਾਬਾਸ਼, ਤਿਨਾ ਸਭ ਕੋ ਕਹੈ ਸ਼ਾਬਾਸ਼, ਉਹਨਾਂ ਨੂੰ ਵਾਹ ਵਾਹ ਆਖੀਦਾ ਹੈ, ਮੁਬਾਰਕ ਆਖੀਦਾ ਹੈ, ਸਤਿਕਾਰ ਦਈਦਾ ਹੈ, ਜੋ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਜਾਂਦੇ ਹਨ। ਤਿਨ ਕੀ ਸੰਗਤ ਦੇ ਪ੍ਰਭ। ਹੁਣ ਆਖਰੀਆਂ ਪੰਕਤੀਆਂ ਨੇ ਪਾਵਨ ਸ਼ਬਦ ਦੀਆਂ, ਅਰਦਾਸ ਦੀਆਂ ਪਿਰੀਆਂ ਹੋਈਆਂ। ਗੁਰੂ ਰਾਮਦਾਸ ਸਾਹਿਬ ਜੀ ਅਰਦਾਸ ਕਰਦੇ ਨੇ, ਤਿਨ ਕੀ ਸੰਗਤ ਦੇ ਪ੍ਰਭ। ਉੱਪਰ ਜਿਹੜੀ ਆਪਾਂ ਵਿਚਾਰ ਕੀਤੀ ਹੈ, ਹੁਣ ਤੱਕ ਜਿਹੜੀ ਕੀਤੀ ਹੈ, ਕਿ ਭਾਈ ਜਿਹੜੇ ਗੁਰਮਤਿ ਤੇ ਚੱਲਦੇ ਨੇ, ਜੋ ਗੁਰੂ ਸ਼ਬਦ ਨੂੰ ਵਸਾਉਂਦੇ ਨੇ ਜੀਵਨ 'ਚ, ਜਿਨ੍ਹਾਂ ਨੇ ਗੁਰਮਤਿ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਏ, ਐਸਿਆਂ ਗੁਰਮੁਖ ਪਿਆਰਿਆਂ ਮਿੱਤਰਾਂ ਦੀ ਸੰਗਤ ਦੇ ਪ੍ਰਭ। ਮੈਨੂੰ ਉਹਨਾਂ ਦੀ ਸੰਗਤ ਬਖਸ਼, ਜੱਜ ਕੀ ਅਰਦਾਸ। ਮੇਰੇ ਵਰਗੇ ਨਿਮਾਣੇ ਜੇ ਦੀ ਇਹੀ ਅਰਦਾਸ ਆ, ਇਹੀ ਜੋਦੜੀ ਹੈ। ਨਾਨਕ ਭਾਗ ਵੱਡੇ ਤਿਨਾ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸ। ਨਾਨਕ ਜੀ ਆਖ ਰਹੇ ਗੁਰੂ ਰਾਮਦਾਸ ਸਾਹਿਬ ਜੀ, ਬੜੇ ਵੱਡੇ ਭਾਗ ਨੇ ਐਸੀਆਂ ਗੁਰੂ ਕੀਆਂ ਸਿੱਖਾਂ ਦੇ, ਜੋ ਗੁਰੂ ਦੀ ਮੱਤ ਤੇ ਚੱਲ ਕੇ, ਜਿਨ੍ਹਾਂ ਨੇ ਆਪਣੇ ਅੰਦਰ ਪ੍ਰੀਤਮ ਪ੍ਰਮਾਤਮਾ ਦੇ ਸੱਚੇ ਪ੍ਰੇਮ ਦੇ ਗਿਆਨ ਦਾ ਪ੍ਰਗਾਸ ਕਰ ਲਿਆ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੱਚ ਦਾ ਚਾਨਣ ਹੋ ਗਿਆ ਹੈ। ਉਹ ਹੁਣ ਅਗਿਆਨਤਾ ਦੇ ਵਸ ਨਹੀਂ ਪੈਂਦੇ, ਉਹ ਭਰਮ ਜਾਲ ਵਿੱਚ ਨਹੀਂ ਪੈਂਦੇ, ਉਹ ਭਟਕਣਾਵਾਂ 'ਚ ਨਹੀਂ ਪੈਂਦੇ, ਆਪਣੇ ਜੀਵਨ ਨੂੰ ਬਿਲਕੁਲ ਨਿਰੋਲ ਤੇ ਸਪਸ਼ਟ ਜਿਉਂਦੇ ਨੇ। ਉਹ ਇਹ ਨਹੀਂ ਕਿ ਉਹਨਾਂ ਦਾ ਮਨ ਕੁਝ ਹੋ ਰਿਹਾ ਤੇ ਮੁੱਕ ਹੋ ਰਿਹਾ, ਉਹ ਦੋ ਮੂੰਹਾਂ ਜੀਵਨ ਨਹੀਂ ਜਿਉਂਦੇ, ਐਨ ਬਿਲਕੁਲ ਸਪਸ਼ਟ, ਜਿੱਥੇ ਵੀ ਨੇ ਸਪਸ਼ਟ ਨੇ। ਉਹਨਾਂ ਨੂੰ ਕੋਈ ਡਰ ਕੁਝ ਲੁਕਾਉਣ ਦੀ ਨਹੀਂ, ਉਹਨਾਂ ਨੂੰ ਕੋਈ ਡਰ ਇਹ ਨਹੀਂ ਕਿ ਸਾਡੀ ਕੋਈ ਚੋਰੀ ਫੜੀ ਜਾਊਗੀ, ਕਿਉਂਕਿ ਜੀਵਨ ਵਿੱਚ ਕੋਈ ਚੋਰੀ, ਕੋਈ ਗੁਨਾਹ, ਕੋਈ ਕਮਜ਼ੋਰੀ ਹੈ ਹੀ ਨਹੀਂ ਕਿ ਕਿਸੇ ਦੇ ਅੱਗੇ ਤਰਲਾ ਲੈਣਾ ਪਵੇ। ਬਿਲਕੁਲ ਸਪਸ਼ਟ ਤੇ ਸਾਫ ਸੁਥਰਾ ਜੀਵਨ ਆ, ਬਿਲਕੁਲ ਇਮਾਨਦਾਰੀ ਦਾ ਜੀਵਨ ਆ, ਜਿਹਦੇ ਵਿੱਚ ਕੋਈ ਬੇਈਮਾਨੀ ਨਹੀਂ। ਤੇ ਐਸਾ ਮਨੁੱਖ ਦੁਨੀਆ ਦਾ ਸਭ ਤੋਂ ਬਹਾਦਰ ਇਨਸਾਨ ਆ, ਜਿਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਖਤਮ ਕਰ ਸਕਦੀ, ਜਿਹਦੇ ਅੰਦਰ ਸੱਚ ਵਸ ਗਿਆ। ਕਹਿੰਦੇ ਜਿਸ ਦੇ ਅੰਦਰ ਸੱਚ,
ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਇਹ ਨਿਸ਼ਾਨੀ ਹੈ ਗੁਰਮਤਿ ਦੀ। ਜਿਹਦੇ ਅੰਦਰ ਸੱਚ ਟਿਕ ਗਿਆ ਨਾ, ਉਹਦੀ ਜੀਭਾ ਸੱਚ ਬੋਲੇਗੀ ਬੋਲੇਗੀ। ਜਿੱਦਣ ਉਹਦੀ ਜੀਭਾ ਸੱਚ ਬੋਲੇਗੀ, ਉਹ ਆਪ ਵੀ ਸੱਚ ਤੇ ਤੁਰੇਗਾ, ਦੂਜਿਆਂ ਨੂੰ ਵੀ ਸੱਚ ਤੇ ਲੈ ਕੇ ਚੱਲੇਗਾ। ਚੇਤਾ ਰੱਖਿਓ, ਝੂਠ ਤਾਕਤਵਰ ਜ਼ਰੂਰ ਹੋ ਸਕਦਾ ਹੈ, ਝੂਠ ਬੇਈਮਾਨ ਆ, ਝੂਠ ਅਤਿਆਚਾਰੀ ਹੈ, ਪਰ ਸੱਚ ਨੂੰ ਨਹੀਂ ਦਬਾ ਸਕਦਾ। ਸੱਚ ਬੋਲਣ ਵਾਲੇ ਭਾਂਡੇ ਦਾ ਨੁਕਸਾਨ ਕਰ ਸਕਦਾ ਹੈ, ਕਿਸੇ ਨੂੰ ਗੋਲੀ ਮਾਰ ਦਿੱਤੀ ਜਾਵੇ, ਕਿਸੇ ਦਾ ਕਤਲ ਕਰਤਾ ਜਾਵੇ, ਹੋ ਸਕਦਾ ਹੈ, ਪਰ ਵਿਚਾਰ ਨਹੀਂ ਖਤਮ ਹੋ ਸਕਦੀ। ਸਾਹਿਬ ਨੇ ਇਹ ਕਿਹਾ ਸੀ, ਤੁਸੀਂ ਮੇਰੇ ਭਾਂਡੇ ਨੂੰ ਤੱਤੀ ਤਵੀ ਤੇ ਬਿਠਾ ਕੇ ਰਾੜ ਸਕਦੇ ਹੋ, ਮੇਰੇ ਸਰੀਰ ਨੂੰ ਮਿਟਾ ਸਕਦੇ ਹੋ, ਮੇਰੇ ਸਿਰ 'ਚ ਰੇਤ ਵੀ ਤੱਤੀ ਪਾ ਸਕਦੇ ਹੋ, ਕੋਈ ਗੱਲ ਨਹੀਂ, ਪਰ ਮੇਰੀਆਂ ਵਿਚਾਰਾਂ ਦਾ ਕੀ ਕਰੋਗੇ? ਮੇਰੀ ਵਿਚਾਰ ਨੂੰ ਨਹੀਂ ਖਤਮ ਕਰ ਸਕਦੇ। ਇਹ ਸੋਚ ਗੁਰੂ ਨਾਨਕ ਦੀ ਨੂੰ ਖਤਮ ਨਹੀਂ ਕਰ ਸਕਦੇ। ਇਵੇਂ ਹੀ ਹੈ, ਕਿੰਨੇ ਪ੍ਰਚਾਰਕਾਂ ਦੀਆਂ ਪੱਗਾਂ ਲਾ ਲੈਣਗੇ, ਕਿੰਨਿਆਂ ਨੂੰ ਮਾੜਾ ਕਹਿ ਦੇਣਗੇ, ਕਿੰਨਿਆਂ ਦੇ ਉੱਪਰ ਗੋਲੀਆਂ ਚਲਾ ਦੇਣਗੇ, ਕਿੰਨਿਆਂ ਨੂੰ ਮਿਟਾ ਦੇਣਗੇ, ਮਿਟਾਈ ਜਾਣ, ਪਰ ਸੱਚ ਨਾ ਕਦੀ ਰੁਕਿਆ ਹੈ ਤੇ ਨਾ ਕਦੀ ਰੁਕਣਾ ਹੈ। ਸੱਚ ਨਾ ਕਦੀ ਲੁਕਣਾ ਹੈ। ਸੱਚ ਬਿਲਕੁਲ ਪ੍ਰਗਟ ਰੂਪ ਵਿੱਚ ਸਾਹਮਣੇ ਹੈ। ਇੱਕ ਮਰੂਗਾ, ਦੂਸਰਾ ਤਿਆਰ ਹੋ ਜਾਊਗਾ। ਇਹ ਨਾ ਲੁਕਿਆ ਹੈ, ਕਦੀ ਨਹੀਂ ਰੁਕਣਾ। ਇਸ ਕਰਕੇ ਸੱਚ ਸੁਣਾਈ ਸੀ ਸੱਚ ਕੀ ਬੇਲਾ ਦਾ ਸਿਧਾਂਤ ਆ। ਰਹਿੰਦੀ ਦੁਨੀਆ ਤੱਕ ਸੱਚ ਸਦੀਵੀ ਰਹੂਗਾ। ਸੋ ਹਰ ਇੱਕ ਪ੍ਰਚਾਰਕ ਜਿਹਨੂੰ ਜ਼ਿੰਮੇਵਾਰੀ ਲਈ ਹੈ, ਮੈਂ ਇੱਕ ਬੇਨਤੀ ਕਰਦਾ ਹਾਂ, ਰਾਗੀ ਸਿੰਘ ਪ੍ਰਚਾਰਕਾਂ, ਢਾਡੀਆਂ, ਕਵੀਸ਼ਰਾਂ ਵਾਸਤੇ ਸਤਿਗੁਰੂ ਨੇ ਨਾ ਤੁਹਾਨੂੰ ਚੁਣਿਆ ਹੈ ਆਪਣੇ ਪ੍ਰਚਾਰ ਵਾਸਤੇ, ਆਪਣੀ ਫੌਜ ਵਿੱਚ ਸ਼ਾਮਿਲ ਕੀਤਾ ਹੈ। ਫਿਰ ਇੱਕ ਫੌਜ ਜਿਹਦੀ ਹੋਵੇ ਨਾ ਅਕਾਲ ਪੁਰਖ ਦੀ, ਫਿਰ ਉਹਦੇ ਵਿੱਚ ਜਿਹੜੀ ਸਾਡੀ ਡਿਊਟੀ ਹੈ, ਸਾਨੂੰ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਸਤਿਗੁਰੂ ਕਿਰਪਾ ਕਰਨ, ਸਾਡੇ ਜੀਵਨ ਵਿੱਚ ਸੱਚ ਵਸ ਜਾਵੇ, ਗੁਰੂ ਜੀ ਦੇ ਦੱਸੇ ਰਾਹ 'ਤੇ ਤੁਰ ਪਈਏ, ਤਾਂ ਹੀ ਹੋਣਗੇ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਖਰਪਰ ਬਾਪੇ ਮੇਲੇ, ਭੁੱਲ ਗਲਤੀ ਦੀ ਖਿਮਾ। ਸਤਿਗੁਰੂ ਜੀ ਪਿਆਰ ਬਖਸ਼ਣ, ਆਪ ਗੁਰੂ ਕੀਆਂ ਪਿਆਰੀਆਂ ਸੰਗਤਾਂ ਦੀ ਇਵੇਂ ਹੀ ਅਸੀਸ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ